ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ ਪੰਜਾਬ ਅਕੈਡਮੀ ਆਨਲਾਈਨ ਦੇ ਵਿੱਚੋਂ ਪੰਜਾਬ ਅਕੈਡਮੀ ਆਨਲਾਈਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈਗਾ। ਅੱਛਾ, ਜਿਹੜਾ ਅੱਜ ਆਪਣਾ ਟੌਪਿਕ ਆਪਾਂ ਨਵਾਂ ਸਟਾਰਟ ਕਰਨਾ ਹੈਗਾ ਉਹ ਰਹਿਣਾ ਜੀ ਨੌਲੇਜ ਅਬਾਊਟ ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਠੀਕ ਹੈ ਜੀ। ਤਾਂ ਆਪਾਂ ਇਹ ਜਿਹੜਾ ਅੱਜ ਆਪਣਾ ਸੈਕਿੰਡ ਟੌਪਿਕ ਜਿਹੜਾ ਹੈਗਾ ਆਪਾਂ ਸਟਾਰਟ ਕਰਾਂਗੇ। ਪਹਿਲਾ ਟੌਪਿਕ ਜਿਹੜਾ ਹੈਗਾ 2 ਵੀਡੀਓ ਦੇ ਵਿੱਚ ਕਵਰ ਅਪ ਹੋ ਚੁੱਕਿਆ। ਤਾਂ ਮੇਰੀਆਂ ਪਿਛਲੀਆਂ ਜਿਹੜੀਆਂ 2 ਵੀਡੀਓ ਨੇ ਉਹ ਜ਼ਰੂਰ ਦੇਖੋ ਜਿਨ੍ਹਾਂ ਨੇ ਨਹੀਂ ਦੇਖੀਆਂ। ਤਾਂ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੀਆਂ ਵੀਡੀਓ ਜਿਹੜੀਆਂ ਹੈਗੀਆਂ ਆਲਰੇਡੀ ਮੇਰੀਆਂ ਆਪਣੇ YouTube ਚੈਨਲ ਦੇ ਉੱਪਰ ਅਪਲੋਡਡ ਨੇ। ਸਾਰੀਆਂ ਵੀਡੀਓ ਅਪਲੋਡਡ ਹੈਗੀਆਂ ਨੇ। ਉਹਨਾਂ ਦੀਆਂ PDFਾਂ ਜਿਹੜੀਆਂ ਹੈਗੀਆਂ ਗਰੁੱਪ ਦੇ ਵਿੱਚ ਉਹ ਜਿਹੜੀਆਂ ਹੈਗੀਆਂ ਟੋਟਲੀ ਫ੍ਰੀ ਆਫ ਕੋਸਟ ਸੀਗੀਆਂ। ਨੈਸ਼ਨਲ ਐਜੂਕੇਸ਼ਨ ਪੋਲਿਸੀ ਦੀਆਂ ਵੀਡੀਓ ਅਤੇ PDFਾਂ। ਅਤੇ ਅਗਲਾ ਜਿਹੜਾ ਆਪਣਾ 25 ਨੰਬਰਾਂ ਦਾ ਜਿਹੜਾ ਹੈਗਾ ਟੌਪਿਕ ਹੈ ਇਹ ਆਪਾਂ ਇਸ ਨੂੰ ਕਵਰ ਅਪ ਕਰਾਂਗੇ। ਤਾਂ ਸਟਾਰਟ ਕਰਦੇ ਹਾਂ, ਆਪਣਾ ਵਧਦੇ ਹਾਂ ਆਪਣੇ ਸੈਸ਼ਨ ਦੇ ਵੱਲ। ਅੱਛਾ, ਇੱਕ ਜ਼ਰੂਰੀ ਇਹ ਹੈ ਕਿ ਬੱਚਿਆਂ ਨੂੰ ਸਟੂਡੈਂਟਾਂ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਠੀਕ ਹੈ ਜੀ। ਅਤੇ ਇੱਕ ਹੋਰ ਹੈ ਕਿ ਮੈਂ ਅਗਲੀ ਵੀਡੀਓ ਤਾਂ ਹੀ ਲੈ ਕੇ ਆਵਾਂਗਾ ਜੇਕਰ ਤੁਸੀਂ ਹਰ ਇੱਕ ਕੈਂਡੀਡੇਟ ਜੇ ਤੁਸੀਂ ਆਪਣੇ 10-10 ਮਿੱਤਰਾਂ ਨੂੰ ਸੈਸ਼ਨ ਜਿਹੜਾ ਹੈਗਾ ਸ਼ੇਅਰ ਕਰੋਗੇ ਨਾ, ਉਹਦੇ ਨਾਲ ਕੀ ਹੈ ਕਿ ਆਪਾਂ ਆਉਣ ਵਾਲਾ ਜਿੰਨਾ ਵੀ ਹੈਗਾ 1-2 ਦਿਨਾਂ ਦੇ ਵਿੱਚ ਕੀ ਹੈ ਲਾਈਵ ਕਲਾਸਾਂ ਸਟਾਰਟ ਕਰ ਸਕੀਏ YouTube ਦੇ ਉੱਪਰ। ਉਹ ਲਾਈਵ ਕਲਾਸਾਂ ਤਾਂ ਹੀ ਸਟਾਰਟ ਹੋਣਗੀਆਂ ਆਪਣੇ ਸਬਸਕ੍ਰਾਈਬਰ ਜਿਹੜੇ ਹੈਗੇ ਆ 700 ਸਬਸਕ੍ਰਾਈਬਰ ਹੋ ਚੁੱਕਿਆ ਅਤੇ 300 ਜਿਹੜੇ ਸਬਸਕ੍ਰਾਈਬਰ ਆਪਣਾ ਬਾਕੀ ਰਹਿੰਦਾ। ਤਾਂ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਚੈਨਲ ਨੂੰ ਸ਼ੇਅਰ ਕਰੋ। ਆਪਾਂ 1000 ਸਬਸਕ੍ਰਾਈਬਰ ਤੱਕ ਲੈ ਕੇ ਜਾਈਏ ਤਾਂ ਜੋ ਕੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਆਪਾਂ YouTube ਦੇ ਉੱਪਰ ਜਿਹੜੀਆਂ ਹੈਗੀਆਂ ਔਨਲਾਈਨ ਕਲਾਸਾਂ ਆਪਾਂ ਲਾਈਵ ਕਲਾਸਾਂ ਲਾ ਸਕੀਏ। ਠੀਕ ਹੈ ਜੀ। ਤਾਂ ਹਰ ਇੱਕ ਕੈਂਡੀਡੇਟ ਨੂੰ ਰਿਕੁਐਸਟ ਹੈ ਕਿ ਆਪਣੇ 10-10 ਫਰੈਂਡ ਦੇ ਵਿੱਚ ਜਾਂ ਆਪਣੇ ਜਿੰਨੇ ਵੀ ਫਰੈਂਡ ਸਰਕਲ ਦੇ ਵਿੱਚ ਹੈਗਾ ਉਹਨਾਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਾਓ। ਠੀਕ ਹੈ। ਡਿਊਟੀ ਹੈ ਤੁਹਾਡੀ ਕਿ 10-10 ਬੰਦਿਆਂ ਨੂੰ ਤੁਸੀਂ ਹੈਗਾ ਜਿਹੜਾ ਹੈਗਾ 10 ਬੰਦੇ ਨੇ ਕੀ ਹੈ ਸਬਸਕ੍ਰਾਈਬ ਕਰਾਉਣੇ ਨੇ ਅਤੇ ਜਿਹੜੇ ਹੈਗੇ ਆ 1-2 ਦਿਨਾਂ ਤੱਕ ਜਿਹੜੇ ਹੈਗੇ ਆਪਣੇ 1000 ਸਬਸਕ੍ਰਾਈਬਰ ਹੋ ਜਾਣਗੇ ਤਾਂ ਆਪਾਂ ਲਾਈਵ ਕਲਾਸਾਂ ਜਿਹੜਾ ਹੈਗਾ ਸਟਾਰਟ ਕਰ ਦਾਂਗੇ। ਤਾਂ ਅਗਲੀ ਵੀਡੀਓ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤਾਂ ਹੀ ਪਾਵਾਂਗੇ ਜੇਕਰ ਤੁਸੀਂ ਸਬਸਕ੍ਰਾਈਬਰ ਵਧਾਓਗੇ। ਤਾਂ ਵੱਧਦੇ ਹਾਂ ਆਪਣੇ ਸੈਸ਼ਨ ਦੇ ਵੱਲ। ਆਪਾਂ ਜਿਹੜਾ ਹੈਗਾ ਪ੍ਰਿੰਸੀਪਲ ਜਿਹੜੇ ਹੈਗੇ ਕਰ ਲਏ ਸੀਗੇ ਸਾਰੇ। ਉਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਟੌਪਿਕ ਸੈਕਿੰਡ ਟੌਪਿਕ ਜਿਹੜਾ ਚੱਲੂਗਾ ਨੌਲੇਜ ਅਬਾਊਟ ਪ੍ਰੀ ਪ੍ਰਾਇਮਰੀ ਕਰੀਕੁਲਮ। ਪਾਠਕ੍ਰਮ ਦੀ ਜਾਣਕਾਰੀ ਬਾਰੇ ਆਪਾਂ ਦੇਖਾਂਗੇ, ਗਿਆਨ ਬਾਰੇ ਦੇਖਾਂਗੇ ਕਿ ਜਿਹੜੇ ਪ੍ਰੀ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ ਉਹਨਾਂ ਦੇ ਗਿਆਨ ਦੇ ਵਿੱਚ ਪਾਠਕ੍ਰਮ ਕਿਵੇਂ ਵਾਧਾ ਕਰਦਾ ਹੈਗਾ ਜਾਂ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਪਾਠਕ੍ਰਮ ਦੇ ਥਰੂ ਜਿਹੜਾ ਹੈਗਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ। ਅੱਛਾ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਜਿਹੜਾ ਹੈਗਾ ਪਾਠਕ੍ਰਮ ਹੈ ਇੱਕ ਸਿੱਖਿਆ ਦੇ ਵਿੱਚ ਪਾਠਕ੍ਰਮ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ। ਕਿਉਂ ਹੁੰਦਾ ਹੈ? ਕਿਉਂਕਿ ਸਿੱਖਿਆ ਦੇ ਵਿੱਚ ਕੀ ਹੈ ਜਿੰਨਾ ਵੀ ਸਿਲੇਬਸ ਜਾਂ ਜਿੰਨੇ ਵੀ ਵਿਸ਼ੇ ਦੇ ਰਿਕਾਰਡਿੰਗ ਚੀਜ਼ਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਹੈਗਾ ਉਹ ਸਾਰਾ ਕਿਹਦੇ ਥਰੂ ਕੀਤਾ ਜਾਂਦਾ ਹੈਗਾ ਕਰੀਕੁਲਮ ਦੇ ਥਰੂ ਕੀਤਾ ਜਾਂਦਾ ਹੈਗਾ। ਸੈਕਿੰਡ ਕੀ ਹੈ ਕਿ ਕਰੀਕੁਲਮ ਐਜੂਕੇਸ਼ਨ ਦੇ ਵਿੱਚ ਕੀ ਹੈ ਏਮ ਅਤੇ ਓਬਜੈਕਟਿਵ ਦਾ ਕੰਮ ਕਰਦਾ ਹੈਗਾ। ਕਹਿਣ ਦਾ ਮਤਲਬ ਕੀ ਹੈ ਕਿ ਸਿੱਖਿਆ ਵਿੱਚ ਬੱਚੇ ਦਾ ਟੀਚਾ ਅਤੇ ਮਕਸਦ ਕੀ ਹੈ, ਟੀਚਾ ਅਤੇ ਮਕਸਦ ਕੀ ਹੈ, ਫਿਰ ਉਸ ਨੂੰ ਪੂਰਾ ਜਦੋਂ ਬੱਚੇ ਲਈ ਚੰਗਾ ਪਾਠਕ੍ਰਮ ਹੀ ਕੀਤਾ ਜਾਵੇਗਾ। ਦੇਖੋ, ਕਹਿਣ ਦਾ ਮਤਲਬ ਕੀ ਹੈ ਬੱਚੇ ਦੇ ਟੀਚੇ ਅਤੇ ਮਕਸਦ ਨੂੰ ਪੂਰਾ ਕਰਨ ਦੇ ਲਈ ਇੱਕ ਚੰਗਾ ਪਾਠਕ੍ਰਮ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਚੰਗਾ ਪਾਠਕ੍ਰਮ ਹੋਊਗਾ ਤਾਂ ਹੀ ਬੱਚਾ ਕੀ ਹੈ ਆਪਣੇ ਫਿਊਚਰ ਦੇ ਵਿੱਚ ਅੱਗੇ ਵੱਧ ਸਕੇਗਾ। ਠੀਕ ਹੈ ਨਾ। ਤਾਂ ਇੱਕ ਪਾਠਕ੍ਰਮ ਕੀ ਹੈ ਇੱਕ ਬੱਚੇ ਦੇ ਏਮ ਅਤੇ ਆਬਜੈਕਟ ਨੂੰ ਪੂਰਾ ਕਰਨ ਦੇ ਵਿੱਚ ਸਹਾਈ ਹੁੰਦਾ ਹੈਗਾ। ਕਰੀਕੁਲਮ ਜਿਹੜਾ ਹੈਗਾ ਜਾਂ ਪਾਠਕ੍ਰਮ ਦਾ ਕਿਹੜੇ ਸ਼ਬਦ ਦੇ ਵਿੱਚੋਂ ਲੈਤਾ ਗਿਆ ਸੀਗਾ ਤਾਂ ਉਹਦਾ ਜਿਹੜਾ ਸ਼ਬਦ ਸੀਗਾ ਲੈਟਨ ਤੋਂ ਭਾਸ਼ਾ ਦੇ ਵਿੱਚੋਂ ਲੈਤਾ ਗਿਆ ਸੀ, ਲੈਟਨ। ਠੀਕ ਹੈ। ਜੋ ਲੈਟਨ ਦਾ ਮਤਲਬ ਹੁੰਦਾ ਜੋੜਨਾ। ਉਸ ਭਾਸ਼ਾ ਦੇ ਵਿੱਚੋਂ ਕੀ ਹੈ ਕਰੀਕੁਲਮ ਦਾ ਸ਼ਬਦ ਜਿਹੜਾ ਹੈਗਾ ਲੈਤਾ ਗਿਆ। ਤੁਹਾਨੂੰ ਪੁੱਛ ਸਕਦੇ ਆ ਕੁਐਸਚਨ ਦੇ ਵਿੱਚ, ਇੰਪੋਰਟੈਂਟ ਹੈ ਜੀ ਕੁਐਸਚਨ, ਜ਼ਰੂਰ ਇਸ ਨੂੰ ਟਿਕ ਕਰਿਓ ਕਿ ਕਰੀਕੁਲਮ ਜਿਹੜਾ ਹੈਗਾ ਕਿਹੜੀ ਭਾਸ਼ਾ ਦੇ ਵਿੱਚੋਂ ਲਿਆ ਗਿਆ ਇੱਕ ਸ਼ਬਦ ਹੈ ਤਾਂ ਤੁਸੀਂ ਜ਼ਰੂਰ ਦੱਸਣਾ ਜੀ ਲੈਟਨ ਭਾਸ਼ਾ ਦੇ ਵਿੱਚੋਂ ਲਿਆ ਗਿਆ ਗਾ। ਉਸ ਤੋਂ ਬਾਅਦ ਕੀ ਹੈ ਕਿ ਕਰੀਕੁਲਮ ਕੰਪਲੀਟ ਸਕੂਲ ਇਨਵਾਇਰਮੈਂਟ। ਕਹਿਣ ਦਾ ਮਤਲਬ ਕੀ ਹੈ ਕਿ ਸਕੂਲ ਦੇ ਵਿੱਚ ਆਲੇ ਦੁਆਲੇ ਦਾ ਜਿਹੜਾ ਪੂਰਾ ਵਾਤਾਵਰਨ ਹੈ ਉਹ ਪਾਠਕ੍ਰਮ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਜੀ। ਕਿਉਂਕਿ ਉਸ ਦੇ ਨਾਲ ਹੀ ਬੱਚੇ ਦਾ ਇੰਟਰਸਟ ਬਣੂਗਾ। ਜੇਕਰ ਪਾਠਕ੍ਰਮ ਦੇ ਵਿੱਚ ਚੰਗਾ ਇਨਵਾਇਰਮੈਂਟ ਨਹੀਂ ਪਾਇਆ, ਸਕੂਲ ਦਾ ਆਪਣੇ ਆਲੇ ਦੁਆਲੇ ਦਾ ਇਨਵਾਇਰਮੈਂਟ ਉਹਦੇ ਵਿੱਚ ਨਹੀਂ ਪਾਇਆ
ਤਾਂ ਬੱਚੇ ਦਾ ਇੰਟਰਸਟ ਪੜ੍ਹਾਈ ਦੇ ਵਿੱਚ ਨਹੀਂ ਹੋਵੇਗਾ। ਤਾਂ ਚੰਗਾ ਪਾਠਕ੍ਰਮ ਇੱਕ ਇੱਦਾਂ ਦਾ ਪਾਠਕ੍ਰਮ ਹੋਣਾ ਚਾਹੀਦਾ ਜਿਹਦੇ ਵਿੱਚ ਸਕੂਲ ਦਾ ਪੂਰਾ ਇਨਵਾਇਰਮੈਂਟ ਜਾਂ ਵਾਤਾਵਰਨ ਉਸ ਦੇ ਵਿੱਚ ਹੋਵੇ। ਕਰਿਕੂਲਮ ਨੂੰ ਡਿਜ਼ਾਈਨ ਵੀ ਕੀਤਾ ਜਾਂਦਾ ਹੈਗਾ। ਕਰਿਕੂਲਮ ਇਜ਼ ਡਿਜ਼ਾਈਨਰਡ ਕਿਹੜੀਆਂ ਚੀਜ਼ਾਂ 'ਤੇ? ਕੰਜਕਟਿਵ, ਅਫੈਕਟਿਵ, ਸਾਈਕੋਮੋਟਰ। ਕਹਿਣ ਦਾ ਮਤਲਬ ਕੀ ਹੈ, ਪਾਠਕ੍ਰਮ ਇੱਕ ਇੱਦਾਂ ਦਾ ਡਿਜ਼ਾਈਨ ਕੀਤਾ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਬੱਚੇ ਦਾ ਬੌਧਿਕ ਵਿਕਾਸ, ਭਾਵਨਾਤਮਕ ਵਿਕਾਸ ਅਤੇ ਸਾਈਕੋਮੋਟਰ ਦਾ ਵਿਕਾਸ ਜਿਹੜਾ ਹੈਗਾ, ਯਾਦ ਰੱਖਣ ਦਾ ਵਿਕਾਸ ਹੋ ਸਕੇ। ਇਹ ਸਾਰੀਆਂ ਚੀਜ਼ਾਂ ਪਾਠਕ੍ਰਮ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਉਸ ਤੋਂ ਬਾਅਦ ਹੈ ਕਿ ਕਰਿਕੂਲਮ ਇੱਕ ਲੈਂਗੁਏਜ, ਮੈਥ ਐਂਡ ਸਾਇੰਸ ਦਾ ਵੀ ਪਾਰਟ ਹੋਣਾ ਬਹੁਤ ਜ਼ਰੂਰੀ ਆ। ਪਾਠਕ੍ਰਮ ਇੱਕ ਇੱਦਾਂ ਦਾ ਹੋਵੇ ਕਿ ਬੱਚੇ ਦੇ ਅੰਦਰ ਭਾਸ਼ਾ ਦਾ ਗਿਆਨ ਭਰੇ, ਬੱਚੇ ਦੇ ਅੰਦਰ ਗਣਿਤ ਦਾ ਗਿਆਨ ਵੀ ਹੋਣਾ ਚਾਹੀਦਾ ਹੈ, ਬੱਚੇ ਦੇ ਅੰਦਰ ਵਿਗਿਆਨ ਦਾ ਗਿਆਨ ਵੀ ਪੂਰਾ ਹੋਣਾ ਚਾਹੀਦਾ। ਇਹ ਪੂਰਾ ਕਰਨ ਵਾਲਾ ਹੋਣਾ ਚਾਹੀਦਾ। ਇੱਦਾਂ ਦਾ ਪਾਠਕ੍ਰਮ ਆਪਾਂ ਨੂੰ ਤਿਆਰ ਕਰਨਾ ਪਊਗਾ। ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਕਿ ਕਰਿਕੂਲਮ ਇੱਕ ਇੱਦਾਂ ਦਾ ਹੋਣਾ ਚਾਹੀਦਾ ਜਿਹਦੇ ਵਿੱਚ ਲੈਂਗੁਏਜ, ਭਾਸ਼ਾ ਦਾ ਗਿਆਨ ਹੋਵੇ, ਜਿਸ ਵਿੱਚ ਮੈਥ ਦਾ ਗਿਆਨ ਹੋਵੇ, ਜਿਸ ਵਿੱਚ ਬੱਚੇ ਨੂੰ ਵਿਗਿਆਨ ਦਾ ਗਿਆਨ ਹਾਸਲ ਹੋ ਸਕੇ। ਇੱਦਾਂ ਦਾ ਪਾਠਕ੍ਰਮ ਜਿਹੜਾ ਹੈਗਾ ਤਿਆਰ ਕੀਤਾ ਜਾਵੇਗਾ। ਜਿਹੜਾ ਕਰਿਕੂਲਮ ਹੈ ਉਹ ਬੱਚੇ ਦੀਆਂ ਕਿਹੜੀਆਂ ਚੀਜ਼ਾਂ ਦਾ ਵਿਕਾਸ ਕਰਦਾ, ਸਭ ਚੀਜ਼ਾਂ ਦਾ ਜਿਹੜਾ ਹੈਗਾ ਕਰਿਕੂਲਮ ਦੁਬਾਰਾ ਕੀ ਆ, ਬੱਚੇ ਦੀਆਂ ਸਭ ਪਾਸੋਂ ਸਰਬਪੱਖੀ ਪਾਸੋਂ ਸਾਰੇ ਪਾਸਿਓਂ ਕੀ ਆ ਵਿਕਾਸ ਹੋਣਾ ਚਾਹੀਦਾ। ਕਿਹੜੇ ਪਾਸੋਂ ਹੋਣਾ ਚਾਹੀਦਾ? ਕਹਿਣ ਦਾ ਮਤਲਬ ਕੀ ਹੈ, ਮੈਂਟਲ ਡਿਵੈਲਪਮੈਂਟ ਵਾਲਾ, ਸੈਕੰਡ ਫਿਜ਼ੀਕਲ ਡਿਵੈਲਪਮੈਂਟ ਦਾ ਵਿਕਾਸ ਹੋਣਾ ਚਾਹੀਦਾ, ਸੋਸ਼ਲ ਡਿਵੈਲਪਮੈਂਟ ਸਮਾਜਿਕ ਵਿਕਾਸ ਹੋਣਾ ਚਾਹੀਦਾ, ਇਮੋਸ਼ਨਲ ਡਿਵੈਲਪਮੈਂਟ। ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਕਾਸ ਕੌਣ ਕਰਦਾ ਹੈਗਾ? ਤਾਂ ਆਪਣਾ ਜਿਹੜਾ ਪਾਠਕ੍ਰਮ ਰਾਹੀਂ ਸਾਰੀਆਂ ਚੀਜ਼ਾਂ ਦਾ ਵਿਕਾਸ ਕੀਤਾ ਜਾਂਦਾ ਹੈਗਾ। ਉਸ ਤੋਂ ਬਾਅਦ ਜਿਹੜਾ ਅੱਗੇ ਕੀ ਹੈ ਕਿ ਪਾਠਕ੍ਰਮ ਦੀਆਂ ਵਿਸ਼ੇਸ਼ਤਾਵਾਂ, ਕਰੈਕਟਰਿਸਟਿਕਸ ਆਫ ਗੁੱਡ ਕਰਿਕੂਲਮ। ਪਾਠਕ੍ਰਮ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਨੇ? ਤਾਂ ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਦੇ ਹਾਂ। ਟੋਟਲ ਆਫ ਐਕਸਪੀਰੀਅੰਸ, ਕਹਿਣ ਦਾ ਮਤਲਬ ਕੀ ਹੈ ਕਿ ਇੱਦਾਂ ਦਾ ਕਲਾਸਰੂਮ ਹੋਣਾ ਚਾਹੀਦਾ ਹੈ ਜਿਸ ਵਿੱਚ ਬੱਚਿਆਂ ਨੂੰ ਸਾਰੇ ਪਾਸਿਓਂ ਸਿੱਖਣ ਦੇ ਵਿੱਚ ਸਹਾਇਕ ਹੋਣ। ਕਹਿਣ ਦਾ ਮਤਲਬ ਇੱਦਾਂ ਦਾ ਕਲਾਸਰੂਮ, ਦੇਖੋ ਕਲਾਸਰੂਮ ਦੇ ਵਿੱਚ ਕੀ ਹੈ, ਆਪਾਂ ਕਾਫੀ ਸਾਰੀ ਚਿੱਤਰਕਲਾ ਬਣਾਉਣੇ ਆ ਜਾਂ ਕਾਫੀ ਸਾਰੀਆਂ ਚੀਜ਼ਾਂ ਨੂੰ ਆਪਾਂ ਪੇਂਟ ਦੇ ਰਾਹੀਂ ਬਿਆਨ ਕਰਦੇ ਹਾਂ। ਉਹ ਇੱਦਾਂ ਦਾ ਇਨਵਾਇਰਮੈਂਟ ਜਾਂ ਇੱਦਾਂ ਦਾ ਕਲਾਸਰੂਮ ਡਿਜ਼ਾਈਨ ਹੋਣਾ ਚਾਹੀਦਾ ਹੈ ਜਿਸ ਕਰਕੇ ਬੱਚੇ ਦੀ ਸਿੱਖਣ ਦੀ ਜਿਗਿਆਸਾ ਨੂੰ ਵਧਾ ਸਕੀਏ। ਠੀਕ ਹੈ ਜੀ। ਤਾਂ ਇਸ ਰਾਹੀਂ ਬੱਚੇ ਨੂੰ ਸਾਰੀਆਂ ਚੀਜ਼ਾਂ ਦਾ ਤਜਰਬਾ ਵੀ ਹੋ ਜਾਂਦਾ ਹੈਗਾ। ਜਿਹੜੀਆਂ ਚੀਜ਼ਾਂ ਬੱਚੇ ਨੂੰ ਪਿਕਚਰ ਦੇ ਰਾਹੀਂ ਯਾਦ ਹੁੰਦੀਆਂ ਨੇ ਉਹ ਬੱਚੇ ਨੂੰ ਪੜ੍ਹ ਕੇ ਬਹੁਤ ਘੱਟ ਯਾਦ ਹੁੰਦੀਆਂ ਨੇ। ਜਿਸ ਕਰਕੇ ਇਹ ਕੀ ਹੈ ਕਿ ਇੱਕ ਪਾਠਕ੍ਰਮ ਇੱਦਾਂ ਦਾ ਹੋਣਾ ਚਾਹੀਦਾ ਜੋ ਟੋਟਲੀ ਐਕਸਪੀਰੀਅੰਸ ਵਾਲਾ ਹੋਵੇ ਜਾਂ ਚਾਰੇ ਪਾਸੋਂ ਜਿਹੜਾ ਹੈਗਾ ਸਿੱਖਣ ਵਾਲਾ ਹੋਣਾ ਚਾਹੀਦਾ। ਦੂਸਰਾ ਕੀ ਹੈ ਕਿ ਕਰਿਕੂਲਮ ਟੋਟਲਿਟੀ ਜਿਹੜੀ ਹੈਗੀ ਹੈ ਐਕਟੀਵਿਟੀ ਨਾਲ ਭਰਿਆ ਹੋਣਾ ਚਾਹੀਦਾ ਹੈ। ਐਕਟੀਵਿਟੀ ਮਤਲਬ ਕਿ ਹਰ ਪ੍ਰਕਾਰ ਦੀ ਐਕਟੀਵਿਟੀ ਇਸ ਦੇ ਵਿੱਚ ਕਰਵਾਈ ਜਾਵੇ। ਠੀਕ ਹੈ ਜੀ। ਜਿਵੇਂ ਡਰਾਮਾਬਾਜ਼ੀ ਹੋ ਗਿਆ, ਖੇਡਾਂ ਦੀ ਕੋਈ ਐਕਟੀਵਿਟੀਜ਼ ਹੋ ਗਈਆਂ, ਉਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਕਰਿਕੂਲਮ ਦੇ ਵਿੱਚ ਕਰਵਾਈਆਂ ਜਾਣ। ਇਹ ਸਾਰੀਆਂ ਵਿਸ਼ੇਸ਼ਤਾਵਾਂ ਆਪਾਂ ਕਰ ਰਹੇ ਹਾਂ। ਉਸ ਤੋਂ ਬਾਅਦ ਹੈ ਕਿ ਟੋਟਲ ਸਕੂਲ ਇਨਵਾਇਰਨਮੈਂਟ। ਇੱਕ ਚੰਗੇ ਪਾਠਕ੍ਰਮ ਵਿੱਚ ਸਕੂਲ ਦਾ ਵਧੀਆ ਵਾਤਾਵਰਨ ਹੋਣਾ ਬਹੁਤ ਜ਼ਰੂਰੀ ਹੈ ਜੀ। ਦੇਖੋ ਬਾਰ-ਬਾਰ ਚੀਜ਼ਾਂ ਹੀ ਰਿਪੀਟ ਹੋਣਗੀਆਂ ਉਹੀ, ਬਸ ਇਹ ਹੈ ਕਿ ਮੈਨਰ ਡਿਫਰੈਂਸ ਹੋਣਗੇ। ਆਪਾਂ ਇਹਨੂੰ ਜਲਦੀ ਕੰਪਲੀਟ ਕਰੀਏ ਤਾਂ ਹੋ ਸਕਦਾ ਕਿ ਆਪਾਂ ਮੈਂ ਤੁਹਾਨੂੰ ਇੱਕ ਅੱਧੇ ਦਿਨ ਦੇ ਵਿੱਚ ਮੈਂ ਤੁਹਾਨੂੰ ਜਿਹੜੇ ਹੈਗੇ ਆ ਅੱਜ ਇੱਕ ਐਪ ਜਿਹੜੀ ਹੈਗੀ ਆਪਾਂ ਲੈ ਕੇ ਆਏ ਹਾਂ। ਉਹ ਥੋੜ੍ਹੀ ਉਹਦੇ 'ਚ ਨੈਟਵਰਕ ਦੀ ਪ੍ਰੋਬਲਮ ਸੀ, ਕਲੀਅਰ ਨਹੀਂ ਹੋ ਰਹੀ ਸੀਗੀ। ਉਹਨਾਂ ਨਾਲ ਮੇਰੀ ਗੱਲ ਚੱਲ ਰਹੀ ਹੈ ਅਤੇ ਉਹਦੇ ਰਾਹੀਂ ਆਪਾਂ ਕੀ ਕਰਾਂਗੇ ਕਿ MCQ ਦਾ ਜਿਹੜਾ ਹੈਗਾ ਉਹਦੇ ਰਾਹੀਂ ਲੈ ਕੇ ਆਵਾਂਗੇ। ਠੀਕ ਹੈ ਜੀ। ਤਾਂ ਕਰਕੇ ਜਿਹੜੀ ਹੈਗਾ ਐਪ ਦੇ ਉੱਪਰ ਥੋੜ੍ਹੀ ਕੁਆਲਿਟੀ ਲੋ ਸੀਗੀ, ਤਾਂ ਕਰਕੇ ਮੈਂ YouTube ਦੇ ਵਿੱਚ ਹੀ ਸਾਰਾ ਰਿਕਾਰਡਡ ਲੈਕਚਰ ਆਪਾਂ ਪਾ ਰਹੇ ਹਾਂ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਉਹ ਹਰ ਇੱਕ ਐਕਟੀਵਿਟੀਜ਼ ਹੋਣੀਆਂ ਚਾਹੀਦੀਆਂ ਨੇ ਜਿਸ ਵਿੱਚ ਸਕੂਲ ਦੇ ਵਿੱਚ ਜਿਹੜੀਆਂ ਚੀਜ਼ਾਂ ਕਰਵਾਈਆਂ ਜਾਣ, ਜਿਸ ਕਰਕੇ ਉਹ ਸਾਰੀਆਂ ਚੀਜ਼ਾਂ ਸਿੱਖ ਸਕਣ। ਦੂਸਰਾ ਕੀ ਸੀਗਾ ਕਿ ਆਪਣਾ ਇਨਵਾਇਰਨਮੈਂਟ, ਵਾਤਾਵਰਨ। ਇੱਕ ਚੰਗਾ ਪਾਠਕ੍ਰਮ ਦੇ ਵਿੱਚ ਸਕੂਲ ਦਾ ਵਧੀਆ ਵਾਤਾਵਰਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈਗਾ। ਉਸ ਤੋਂ ਬਾਅਦ ਹੈਗਾ ਕਿ ਬੈਲੈਂਸਡ ਪਰਸਨੈਲਿਟੀ। ਕਹਿਣ ਦਾ ਮਤਲਬ ਕਿ ਇੱਕ ਬੱਚਾ ਸਾਰੇ ਕੰਮਾਂ ਵਿੱਚ ਪਰਫੈਕਟ ਹੋਵੇ, ਜਿਸ ਨੂੰ ਬੈਲੈਂਸਡ ਪਰਸਨੈਲਿਟੀ ਕਹਿੰਦੇ ਹਨ।
ਬੱਚਾ ਖੇਡਣ ਵਿੱਚ, ਪੜ੍ਹਾਈ ਵਿੱਚ, ਐਕਟੀਵਿਟੀ, ਦੇਖੋ ਕਹਿਣ ਦਾ ਮਤਲਬ ਕੀ ਹੈ, ਬੱਚਾ ਹਰ ਇੱਕ ਪਾਸੋਂ ਜਿਹੜਾ ਹੈਗਾ ਵਧੀਆ ਧਿਆਨ ਦੇਣ ਵਾਲਾ ਹੋਣਾ ਚਾਹੀਦਾ ਹੈਗਾ, ਜਿਸ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਕਿ ਬੱਚੇ ਨੂੰ ਉਹ ਸਾਰੀਆਂ ਚੀਜ਼ਾਂ, ਪੜ੍ਹਾਈ ਵਿੱਚ ਵੀ ਉਹ ਪਰਫੈਕਟ ਹੋਵੇ, ਖੇਡਣ ਵਿੱਚ ਵੀ ਉਹ ਪਰਫੈਕਟ ਹੋਵੇ, ਹਰ ਇੱਕ ਜਿਹੜੀ ਐਕਟੀਵਿਟੀਜ਼ ਕਰਦੇ ਆ ਪਾਰਟੀਸਪੇਟ ਕਰਨ ਦੇ ਵਿੱਚ ਵੀ ਉਹ ਐਕਟਿਵ ਹੋਣਾ ਚਾਹੀਦਾ ਹੈਗਾ। ਪ੍ਰੋਸੈਸ ਆਫ ਲਿਵਿੰਗ, ਕਹਿਣ ਦਾ ਮਤਲਬ ਕੀ ਹੈ, ਪਾਠਕ੍ਰਮ ਇੱਕ ਜੀਵਿਤ ਹੋਣਾ ਚਾਹੀਦਾ ਹੈ। ਕਹਿਣ ਦਾ ਮਤਲਬ ਕੀ ਹੈ ਕਿ ਉਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਸ ਕਰਕੇ ਬੱਚੇ ਦੀ ਜਿਗਿਆਸਾ ਨੂੰ ਵਧਾ ਸਕਣ। ਤਾਂ ਕਰਕੇ ਕੀ ਹੈ, ਉਹ ਜੀਵਿਤ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਕੀ ਹੈ ਕਿ ਕਰੀਕੁਲਮ ਡਾਇਨਾਮਿਕ ਹੋਣਾ ਚਾਹੀਦਾ। ਕਹਿਣ ਦਾ ਮਤਲਬ ਕੀ ਹੈ, ਪਾਠਕ੍ਰਮ ਇੱਕ ਗਤੀਸ਼ੀਲ ਊਰਜਾ ਦੇਣ ਵਾਲਾ ਹੋਣਾ ਚਾਹੀਦਾ ਹੈ, ਬੱਚੇ ਨੂੰ ਅਪਡੇਟ ਕਰੇ, ਬੱਚੇ ਨੂੰ ਮੋਡੀਫਾਈ ਕਰੇ। ਇਹ ਸਾਰੀਆਂ ਚੀਜ਼ਾਂ ਕੀ ਹੋਣੀਆਂ ਚਾਹੀਦੀਆਂ ਨੇ, ਡਾਇਨਾਮਿਕ ਹੋਣੀਆਂ ਚਾਹੀਦੀਆਂ, ਪਹਿਲਾਂ ਤੋਂ ਹੀ ਹੋਣੀਆਂ ਚਾਹੀਦੀਆਂ ਨੇ। ਜੇਕਰ ਪਾਠਕ੍ਰਮ ਦੇ ਵਿੱਚ ਦੇਖੋ, ਕਹਿਣ ਦਾ ਮਤਲਬ ਕੀ ਹੈ, ਕੋਈ ਨਵੀਂ ਅਪਡੇਸ਼ਨ ਆਉਂਦੀ ਹੈ ਤਾਂ ਨਵਾਂ ਸਿਲੇਬਸ ਜਿਹੜਾ ਹੈਗਾ ਪਾਠਕ੍ਰਮ ਦੇ ਵਿੱਚ ਐਡ ਹੋਣਾ ਬਹੁਤ ਜ਼ਰੂਰੀ ਹੈ। ਬੱਚੇ ਨੂੰ ਮੋਡੀਫਾਈਡ, ਠੀਕ ਹੈ ਜੀ, ਮੋਡੀਫਾਈਡ ਕਰਨ ਵਾਲਾ ਹੋਣਾ ਚਾਹੀਦਾ, ਬੱਚੇ ਨੂੰ ਉਤਸ਼ਾਹਿਤ ਕਰਨ ਵਾਲਾ, ਪੰਜਾਬੀ ਦੇ ਵਿੱਚ ਕੀ ਹੈ, ਉਤਸ਼ਾਹਿਤ ਕਰਨ ਵਾਲਾ ਹੋਣਾ ਚਾਹੀਦਾ ਗਾ। ਮਿਰਰ ਆਫ ਐਜੂਕੇਸ਼ਨ ਟ੍ਰੇਡਸ, ਕਹਿਣ ਦਾ ਮਤਲਬ ਕੀ ਹੈ, ਅੱਜ ਕੱਲ੍ਹ ਦੇ ਸਮੇਂ ਜਿਹੜਾ ਪਾਠਕ੍ਰਮ ਹੈਗਾ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਦਰਪਣ ਦਾ ਕੰਮ ਕਰਦਾ। ਕਹਿਣ ਦਾ ਮਤਲਬ ਕੀ ਹੈ, ਇੱਕ ਮਿਰਰ ਦਾ ਕੰਮ ਕਰਦਾ। ਆਪਾਂ ਜਿੱਦਾਂ ਦਾ ਪਾਠਕ੍ਰਮ ਆਪਾਂ ਪੜ੍ਹਾਂਗੇ ਜਾਂ ਚੰਗਾ ਪਾਠਕ੍ਰਮ ਆਪਾਂ ਪੜ੍ਹਾਂਗੇ ਤਾਂ ਆਪਣਾ ਆਉਣ ਵਾਲਾ ਭਵਿੱਖ ਆਪਾਂ ਨੂੰ ਦਿਖ ਜਾਂਦਾ ਹੈਗਾ ਵੀ ਜਾ ਕੇ ਬੱਚਾ ਅੱਗੇ ਜਾ ਕੇ ਕੀ ਬਣ ਸਕਦਾ ਹੈ, ਕਿਹੜਾ ਬੱਚੇ ਦੀ ਰੁਚੀ ਕਿਹੜੇ ਸਬਜੈਕਟ ਦੇ ਵਿੱਚ ਜ਼ਿਆਦਾ ਹੈ, ਜਾਂ ਬੱਚਾ ਇੰਜੀਨੀਅਰਿੰਗ ਬਣਨਾ ਚਾਹੁੰਦਾ ਹੈ ਜਾਂ ਬੱਚਾ ਡਾਕਟਰ ਬਣਨਾ ਚਾਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਦਾ ਪਤਾ ਜਿਹੜਾ ਹੈਗਾ ਇੱਕ ਵਧੀਆ ਐਜੂਕੇਸ਼ਨ ਜਿਹੜਾ ਹੈਗਾ ਪਾਠਕ੍ਰਮ ਦੇ ਰਾਹੀਂ ਆਪਾਂ ਨੂੰ ਪਤਾ ਲੱਗ ਸਕਦਾ ਹੈਗਾ। ਕਰੀਕੁਲਮ ਫਿਲਾਸਫੀ ਆਫ ਲਾਈਫ, ਪਾਠਕ੍ਰਮ ਇੱਕ ਜੀਵਨ ਦਰਸ਼ਨ ਕਰਵਾਉਣ ਵਾਲਾ ਹੋਣਾ ਚਾਹੀਦਾ ਹੈਗਾ। ਕਹਿਣ ਦਾ ਮਤਲਬ ਕੀ ਹੈ ਕਿ ਪਾਠਕ੍ਰਮ ਇੱਕ ਜੀਵਨ ਦਰਸ਼ਨ, ਬੱਚੇ ਨੂੰ ਉਹ ਹਰ ਇੱਕ ਚੀਜ਼ਾਂ ਦੀ ਜਿਹੜੀ ਹੈਗੀ ਆ ਜਾਣਕਾਰੀ ਦੇਣ ਵਾਲਾ ਜਾਂ ਉਹਨਾਂ ਨੂੰ ਜਾਗਰੂਕ ਕਰਨ ਵਾਲਾ ਹੋਣਾ ਚਾਹੀਦਾ, ਜਿਹੜੀਆਂ ਹਰ ਇੱਕ ਬੱਚੇ ਨੂੰ ਹੋਣੀਆਂ ਚਾਹੀਦੀਆਂ ਨੇ। ਅਚੀਵਮੈਂਟ ਆਫ ਗੋਲ, ਪਾਠਕ੍ਰਮ ਰਾਹੀਂ ਬੱਚੇ ਦਾ ਮਕਸਦ ਕਾਮਯਾਬ ਹੋਣ ਵਾਲਾ ਚਾਹੀਦਾ ਹੈਗਾ। ਕਹਿਣ ਦਾ ਮਤਲਬ ਕੀ ਹੈ ਕਿ ਬੱਚੇ ਨੂੰ ਉਹ ਹਰ ਇੱਕ ਚੀਜ਼ ਮਿਲੇ ਜਿਹੜੀਆਂ ਚੀਜ਼ਾਂ ਉਹਨੂੰ ਮਿਲਣੀਆਂ ਚਾਹੀਦੀਆਂ ਨੇ, ਜਾਂ ਪਾਠਕ੍ਰਮ ਇੱਦਾਂ ਦਾ ਹੋਵੇ ਵੀ ਜੇ ਬੱਚਾ ਕਹੇ ਮੈਂ ਅੱਗੇ ਜਾ ਕੇ ਡਾਕਟਰ ਬਣਨਾ ਹੈ ਤਾਂ ਉਹਦੀ ਜਿਗਿਆਸਾ ਨੂੰ ਹੋਰ ਵਧਾਵੇ, ਉਹਦੀ ਜਿਗਿਆਸਾ ਨੂੰ ਹੋਰ ਇੰਪਰੂਵ ਕਰੇ। ਇੱਦਾਂ ਦਾ ਜਿਹੜਾ ਹੈਗਾ ਆਪਣਾ ਪਾਠਕ੍ਰਮ ਤਿਆਰ ਕੀਤਾ ਜਾਣਾ ਚਾਹੀਦਾ ਹੈਗਾ। ਅੱਗੇ ਕੀ ਹੈ, ਕਰੀਕੁਲਮ ਕੀ ਹੁੰਦਾ ਹੈਗਾ, ਸਿਲੇਬਸ ਤਿਆਰ ਹੁੰਦਾ। ਇੱਕ ਵਿਸ਼ਾ ਕੀ ਹੈ ਜੀ, ਆਪਾਂ ਕਰੀਕੁਲਮ ਕੀ ਹੈ, ਪਾਠਕ੍ਰਮ ਦੇ ਵਿੱਚ ਕੀ ਹੈ, ਸਿਲੇਬਸ ਹੁੰਦਾ। ਸਿਲੇਬਸ ਦੇ ਨਾਲ ਕੋ ਕਰੀਕੁਲਮ ਐਕਟੀਵਿਟੀਜ਼, ਖੇਡਣਾ, ਤਜਰਬਾ ਜਿਹੜਾ ਹੈਗਾ ਉਹਦੇ ਵਿੱਚ ਪਾਇਆ ਜਾਂਦਾ ਹੈਗਾ। ਪਾਠਕ੍ਰਮ 3 ਚੀਜ਼ਾਂ ਤੋਂ ਬਣਦਾ। ਕਹਿਣ ਦਾ ਮਤਲਬ ਮੈਂ ਇਹ ਸਮਝਾ ਰਿਹਾ ਕਿ ਜਿਹੜਾ ਪਾਠਕ੍ਰਮ ਹੁੰਦਾ ਹੈ ਉਹ 3 ਚੀਜ਼ਾਂ ਦੇ ਵਿੱਚੋਂ ਬਣਦਾ। ਪਹਿਲੀ ਕਿਹੜੀ ਹੈ, ਵਿਸ਼ਾ, ਸਿਲੇਬਸ ਆ ਗਿਆ। ਸੈਕਿੰਡ ਕਿਹੜੀ ਹੈ, ਤੁਹਾਡੀ ਕਰੀਕੁਲਮ, ਠੀਕ ਹੈ, ਐਕਟੀਵਿਟੀਜ਼ ਜਿਨ੍ਹਾਂ ਵਿੱਚ ਤਜਰਬੇਬਾਜ਼ੀ ਹੁੰਦੀਆਂ ਨੇ। ਵੇਰੀਅਸ ਪਾਰਟ ਆਫ ਐਜੂਕੇਸ਼ਨ ਇਨਵਾਇਰਮੈਂਟ, ਸਿੱਖਿਆ ਲਈ ਵਾਤਾਵਰਨ, ਠੀਕ ਹੈ, ਉਹ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਹੁਣ ਪੁੱਛਿਆ ਲਿਆ ਜਾਵੇ ਪਾਠਕ੍ਰਮ ਕਿਹੜੀਆਂ 3 ਚੀਜ਼ਾਂ ਤੋਂ ਬਣਿਆ ਹੋਇਆ ਜਾਂ ਕਿੰਨੇ ਚੀਜ਼ਾਂ ਤੋਂ ਬਣਿਆ ਹੋਇਆ ਹੈ, ਤਾਂ ਤੁਸੀਂ ਜ਼ਰੂਰ ਦੱਸਣਾ ਕਿ 3 ਚੀਜ਼ਾਂ ਤੋਂ ਬਣਿਆ ਹੋਇਆ ਜੀ। ਪਹਿਲਾ ਹੈਗਾ ਵਿਸ਼ਾ ਜਾਂ ਸਿਲੇਬਸ, ਦੂਸਰਾ ਹੈਗਾ ਤਜਰਬਾ, ਤੀਜਾ ਜਿਹੜਾ ਹੈਗਾ ਐਜੂਕੇਸ਼ਨ ਇਨਵਾਇਰਮੈਂਟ, ਸਿੱਖਿਆ ਲਈ ਵਾਤਾਵਰਨ ਜਿਹੜਾ ਹੋਣਾ ਚਾਹੀਦਾ। ਇਹ 3 ਚੀਜ਼ਾਂ ਤੋਂ ਜਿਹੜਾ ਹੈਗਾ ਕਰੀਕੁਲਮ ਜਾਂ ਪਾਠਕ੍ਰਮ ਤਿਆਰ ਕੀਤਾ ਗਿਆ ਸੀ। ਇੰਪੋਰਟੈਂਸ ਆਫ ਗੁੱਡ ਕਰੀਕੁਲਮ, ਪਾਠਕ੍ਰਮ ਦਾ ਫਾਇਦਾ ਕੀ ਹੁੰਦਾ ਗਾ ਆਪਣੇ ਬੱਚੇ ਦੀ ਜ਼ਿੰਦਗੀ ਦੇ ਵਿੱਚ, ਜਾਂ ਮੇਨ ਜਿਹੜੇ ਹੈਗੇ ਆਪਣੀ ਜ਼ਿੰਦਗੀ ਦੇ ਵਿੱਚ ਪਾਠਕ੍ਰਮ ਦਾ ਜਿਹੜਾ ਹੈਗਾ ਮੇਨ ਮਕਸਦ ਜਾਂ ਮੇਨ ਜਿਹੜਾ ਹੈਗਾ ਫਾਇਦਾ ਕੀ ਹੈ। ਐਜੂਕੇਸ਼ਨ ਏਮ ਅਚੀਵ, ਵੈਰੀ ਗੁੱਡ, ਬਹੁਤ ਵਧੀਆ ਪੁਆਇੰਟ ਹੈ ਜੀ। ਕਹਿੰਦਾ ਪਾਠਕ੍ਰਮ ਰਾਹੀਂ ਸਾਡਾ ਸਿੱਖਿਆ ਦਾ ਮਕਸਦ ਪੂਰਾ ਹੁੰਦਾ ਗਾ। ਦੇਖੋ ਤੁਸੀਂ ਕਦੇ ਇਹ ਨਹੀਂ ਦੇਖਿਆ ਹੋਣਾ ਕਿ ਅਨਪੜ੍ਹ ਬੰਦਾ ਟੀਚਰ ਲੱਗ ਗਿਆ ਜਾਂ ਅਨਪੜ੍ਹ ਬੰਦਾ ਸਾਇੰਟਿਸਟ ਬਣ ਗਿਆ ਜਾਂ ਅਨਪੜ੍ਹ ਬੰਦਾ ਡਾਕਟਰ ਬਣ ਗਿਆ। ਅਨਪੜ੍ਹ ਬੰਦੇ MLA ਜ਼ਰੂਰ ਬਣ ਜਾਂਦੇ ਨੇ, ਮੰਤਰੀ ਬਣ ਜਾਂਦੇ ਨੇ, ਠੀਕ ਹੈ ਜੀ, ਪਰ ਸਰਕਾਰੀ ਨੌਕਰੀ ਕੋਈ ਨਹੀਂ ਲੈ ਸਕਦਾ ਜਿਹੜੀ ਇੱਕ ਪੜ੍ਹਿਆ ਲਿਖਿਆ
ਲੈ ਸਕਦਾ ਹੈ। ਠੀਕ ਹੈ ਜੀ, ਉਹ ਸਾਰੀਆਂ ਚੀਜ਼ਾਂ ਆਪਾਂ ਅੱਜ ਡਿਸਕਸ ਕਰਦੇ ਹਾਂ। ਕਹਿੰਦਾ ਕਰੀਕੁਲਮ ਫਿਕਸਿੰਗ ਲਿਮਟ, ਪਾਠਕ੍ਰਮ ਰਾਹੀਂ ਵਿਸ਼ੇ ਦੇ ਪਾਠਕ੍ਰਮ ਨੂੰ ਸੈੱਟ ਕੀਤਾ ਜਾਂਦਾ ਹੈ। ਇੱਕ ਪਾਠਕ੍ਰਮ ਕੀ ਹੈ, ਫਿਕਸ ਲਿਮਟ ਹੈ। ਕਹਿਣ ਦਾ ਮਤਲਬ ਕੀ ਹੈ ਕਿ ਪਾਠਕ੍ਰਮ ਰਾਹੀਂ ਸਿਲੇਬਸ ਨੂੰ ਫਿਕਸ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਠਕ੍ਰਮ ਦੇ ਰਾਹੀਂ ਜਾਂ ਕਿਹੜੀ ਕਿਹੜੀ ਕਲਾਸ ਦੇ ਆਧਾਰ 'ਤੇ ਕਿਹੜਾ ਕਿਹੜਾ ਪਾਠਕ੍ਰਮ ਰਾਹੀਂ ਵਿਸ਼ਾ ਕਰਵਾਇਆ ਜਾਵੇਗਾ ਜਾਂ ਕਿੱਥੋਂ ਤੱਕ ਕਰਵਾਇਆ ਜਾਵੇਗਾ। ਇਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਫਿਕਸ ਕੀਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਹੈ ਕਿ ਪਾਠਕ੍ਰਮ ਹੀ ਬੱਚੇ ਨੂੰ ਪੜ੍ਹਾਉਣ ਦਾ ਦਾਇਰਾ ਪਤਾ ਲੱਗ ਜਾਂਦਾ ਹੈਗਾ। ਸੂਟੇਬਲ ਟੀਚਿੰਗ ਕ੍ਰਾਈਟੇਰੀਆ, ਸੂਟੇਬਲ ਟੀਚਿੰਗ ਕਰੀਕੁਲਮ ਕ੍ਰਾਈਟੇਰੀਆ, ਸੂਟੇਬਲ ਟੀਚਿੰਗ। ਕਹਿਣ ਦਾ ਮਤਲਬ ਕੀ ਹੈ, ਪਾਠਕ੍ਰਮ ਦੇ ਰਾਹੀਂ ਇੱਕ ਬੱਚੇ ਨੂੰ ਪੜ੍ਹਾਉਣ ਦੇ ਦਾਇਰੇ ਦਾ ਪਤਾ ਲੱਗ ਜਾਂਦਾ ਵੀ ਬੱਚੇ ਨੂੰ ਕਿਹੜੇ ਦਾਇਰੇ ਤੱਕ ਪੜ੍ਹਾਇਆ ਜਾਵੇ, ਕਿੱਥੋਂ ਤੱਕ ਪੜ੍ਹਾਇਆ ਜਾਵੇ। ਐਵੇਂ ਬਹੁਤ ਫਾਲਤੂ ਚੀਜ਼ਾਂ ਨਹੀਂ ਪੜ੍ਹਾਉਣੀਆਂ ਹੈਗੀਆਂ ਬੱਚੇ ਨੂੰ ਜਿਨ੍ਹਾਂ ਨਾਲ ਉਹ ਬੋਰ ਹੋਇਆ ਜਾਵੇ, ਵੀ ਉਹ ਸੋਚੇ ਯਾਰ ਪਤਾ ਨਹੀਂ ਮਾਸਟਰ ਕਦੋਂ ਜਿਹੜਾ ਹੈਗਾ ਲੈਕਚਰ ਖ਼ਤਮ ਕਰੂਗਾ, ਘਰੋਂ ਕਦੋਂ ਮਾੜਾ ਮੋਟਾ ਦਿਮਾਗ ਨੂੰ ਵਿਹਲ ਮਿਲੇ ਜਾਂ ਮਾਸਟਰ ਭਕਾਈ ਮਾਰੀ ਜਾਂਦਾ। ਇੱਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪਾਠਕ੍ਰਮ ਦੇ ਵਿੱਚ। ਉਹ ਇੰਟਰਸਟਿੰਗ ਚੀਜ਼ਾਂ ਹੋਣ ਜਿਸ ਕਾਰਨ ਬੱਚੇ ਦੀ ਰੁਚੀ ਉਸ ਪਾਠਕ੍ਰਮ ਦੇ ਵਿੱਚ ਬਣੀ ਰਹੇ। ਕਰੀਕੁਲਮ ਸੂਟੇਬਲ ਮੈਥਡ, ਕਹਿੰਦਾ ਵੀ ਜਦੋਂ ਪਾਠਕ੍ਰਮ ਤਿਆਰ ਕੀਤਾ ਜਾਂਦਾ ਹੈ ਤਾਂ ਇਸ ਤੋਂ ਸਹੀ ਤਰੀਕੇ ਦਾ ਪਤਾ ਲੱਗ ਸਕੇ, ਬੱਚੇ ਨੂੰ ਕਿਵੇਂ ਪੜ੍ਹਾਉਣਾ ਹੈ, ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਸਕੇ। ਕਹਿੰਦਾ ਸੂਟੇਬਲ ਮੈਥਡ ਉਹ ਚੰਗੇ ਮੈਥਡ ਜਾਂ ਉਹ ਚੰਗੇ ਸ਼ਾਰਟਕਟ ਤਰੀਕੇ ਨਾਲ ਹੋਣੇ ਚਾਹੀਦੇ ਨੇ ਜਿਹੜੇ ਬੱਚੇ ਨੂੰ ਜਲਦੀ ਤੋਂ ਜਲਦੀ ਸਮਝ ਆ ਸਕਣ। ਉਹ ਚੰਗੇ ਤੋਂ ਚੰਗੇ ਜਾਂ ਆਸਾਨ ਤੋਂ ਆਸਾਨ ਤਰੀਕੇ ਨਾਲ ਸਮਝ ਆ ਸਕਣ। ਇਹ ਸਾਰੀਆਂ ਚੀਜ਼ਾਂ ਪਾਠਕ੍ਰਮ ਦੇ ਵਿਸ਼ੇਸ਼ਤਾਵਾਂ ਨੇ। ਕਹਿੰਦਾ ਵੀ ਅੱਗੇ ਕੀ ਹੈ ਕਿ ਕਰੀਕੁਲਮ ਸੂਟੇਬਲ ਸਿਟੀਜ਼ਨ, ਪਾਠਕ੍ਰਮ ਰਾਹੀਂ ਚੰਗੀ ਪੜ੍ਹਾਈ ਕੀਤੀ ਹੋਵੇ ਤਾਂ ਬੱਚੇ ਨੂੰ ਚੰਗਾ ਨਾਗਰਿਕ ਬਣਾ ਦਿੰਦੇ ਨੇ ਜੀ। ਬਹੁਤ ਵਧੀਆ ਪੁਆਇੰਟ ਹੈ ਜੀ ਕਿ ਪਾਠਕ੍ਰਮ ਰਾਹੀਂ ਚੰਗੀ ਪੜ੍ਹਾਈ ਕੀਤੀ ਜਾਵੇ ਤਾਂ ਜੋ ਬੱਚੇ ਨੂੰ ਚੰਗੀ ਨਾਗਰਿਕਤਾ ਨਾਲ ਜੋੜ ਸਕੇ ਜਾਂ ਚੰਗੀ ਨਾਗਰਿਕਤਾ ਬਣਾ ਸਕੇ। ਠੀਕ ਹੈ ਜੀ। ਡਿਵੈਲਪਮੈਂਟ ਆਫ ਕਰੈਕਟਰ, ਪਾਠਕ੍ਰਮ ਰਾਹੀਂ ਵਿਅਕਤੀ ਜਾਂ ਬੱਚੇ ਦੇ ਵਿਅਕਤੀਗਤ ਦਾ ਵਿਕਾਸ ਵੀ ਹੁੰਦਾ ਹੈ। ਕਹਿਣ ਦਾ ਮਤਲਬ ਕਰੈਕਟਰ, ਬੱਚੇ ਦਾ ਕਰੈਕਟਰ ਜਿਹੜਾ ਹੈਗਾ ਉਹਦਾ ਵੀ ਵਿਕਾਸ ਹੁੰਦਾ ਹੈ। ਜੇ ਚੰਗਾ ਪਾਠਕ੍ਰਮ ਨਾਲ ਬੱਚੇ ਨੂੰ ਜੋੜਦੇ ਆ ਤਾਂ ਬੱਚਾ ਜਿਹੜਾ ਹੈਗਾ ਚੰਗੇ ਚੀਜ਼ਾਂ ਨੂੰ ਹੀ ਅਚੀਵ ਕਰੇਗਾ। ਜੇ ਬੱਚੇ ਦਾ ਪਾਠਕ੍ਰਮ ਸਹੀ ਨਹੀਂ ਹੈਗਾ ਤਾਂ ਬੱਚਾ ਜਿਹੜਾ ਹੈਗਾ ਬੁਰੀ ਸੰਗਤ ਬਣੀ ਜ਼ਿਆਦਾ ਜਾਵੇਗਾ। ਕਰੀਕੁਲਮ ਸੈਟੀਸਫੈਕਸ਼ਨ ਆਫ ਨੀਡਸ, ਕਹਿੰਦਾ ਵੀ ਚੰਗੇ ਪਾਠਕ੍ਰਮ ਨਾਲ ਸਾਡੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ। ਦੇਖੋ ਕਹਿਣ ਦਾ ਮਤਲਬ ਕੀ ਆ, ਬੱਚੇ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਠੀਕ ਹੈ ਜੀ, ਜਿੰਨੀਆਂ ਵੀ ਡਿਵੈਲਪਮੈਂਟ ਦੀਆਂ ਜ਼ਰੂਰਤਾਂ ਨੇ ਬੱਚੇ ਦੀਆਂ, ਉਹ ਕੀ ਹੈ ਇਹਦੇ ਰਾਹੀਂ ਆਪਾਂ ਪੂਰੀਆਂ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈ ਜੀ ਕਰੀਕੁਲਮ ਡੈਮੋਕ੍ਰੇਟਿਵ ਵੈਲਿਊਜ਼, ਇੱਕ ਚੰਗਾ ਪਾਠਕ੍ਰਮ ਲੋਕਤੰਤਰ ਦਾ ਨਿਰਮਾਣ, ਚੰਗੇ ਲੋਕਤੰਤਰ ਦਾ ਨਿਰਮਾਣ ਕਰਦਾ ਹੈ। ਕਹਿਣ ਦਾ ਮਤਲਬ ਕੀ ਹੈ ਕਿ ਟੀਚਰ ਦੇ ਲਈ ਸਾਰੇ ਬੱਚੇ ਹੀ ਇੱਕੋ ਜਿਹੇ ਹੁੰਦੇ ਹਨ। ਕਹਿੰਦਾ ਵੀ ਇੱਕ ਚੰਗਾ ਪਾਠਕ੍ਰਮ ਕੀ ਹੈ, ਚੰਗੇ ਲੋਕਤੰਤਰ ਦਾ ਨਿਰਮਾਣ ਕਰਦਾ ਹੈਗਾ। ਚੰਗਾ ਦੇਖੋ, ਜੇ ਸਾਰੇ ਦੇਖੋ 40 ਜਣਿਆਂ ਦੀ ਜਾਂ 50 ਜਣਿਆਂ ਦੀ ਕਲਾਸ ਹੁੰਦੀ ਹੈ ਇੱਕ ਸਕੂਲ ਦੇ ਵਿੱਚ, ਤਾਂ ਉਹ ਸਕੂਲ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਟੀਚਰ ਇਹ ਥੋੜ੍ਹੀ ਹੈ ਵੀ ਜਨਰਲ ਕੈਟਾਗਰੀ ਨੂੰ ਅਲੱਗ ਬਿਠਾਓ, ਐਸਸੀ ਨੂੰ ਅਲੱਗ, ਬੀਸੀ ਨੂੰ ਅਲੱਗ, ਹੈ ਨਾ। ਤਾਂ ਉਹ ਟੀਚਰ ਕੀ ਹੈ ਕਿ ਸਾਰਿਆਂ ਨੂੰ ਇੱਕ ਨਜ਼ਰੀਏ ਨਾਲ ਦੇਖਣਾ, ਉਹਨੂੰ ਕੀ ਕਿਹਾ ਜਾਂਦਾ ਗਾ, ਡੈਮੋਕ੍ਰੇਟਿਵ ਜਾਂ ਲੋਕਤੰਤਰ ਕਿਹਾ ਜਾਂਦਾ ਗਾ। ਅੱਗੇ ਕੀ ਹੈ ਜੀ, ਕਰੀਕੁਲਮ ਡਿਵੈਲਪਮੈਂਟ ਆਫ ਪਰਸਨੈਲਿਟੀ, ਇੱਕ ਚੰਗਾ ਪਾਠਕ੍ਰਮ ਬੱਚੇ ਦੀ ਗੁਣਵੱਤਾ ਦਾ ਵਿਕਾਸ ਕਰਦਾ ਹੈ। ਕਰੀਕੁਲਮ ਰਿਫਲੈਕਟ ਟ੍ਰੈਂਡਸ ਇਨ ਐਜੂਕੇਸ਼ਨ, ਪਾਠਕ੍ਰਮ ਰਾਹੀਂ ਸਿੱਖਿਆ ਵਿੱਚ ਅਲੱਗ-ਅਲੱਗ ਤਰੀਕੇ ਨਾਲ ਕਰਵਾਈ ਜਾਂਦੀ ਹੈ। ਪਾਠਕ੍ਰਮ ਰਾਹੀਂ ਸਿੱਖਿਆ ਅਲੱਗ-ਅਲੱਗ ਤਰੀਕੇ ਦੇ ਨਾਲ ਕਰਵਾਈ ਜਾਂਦੀ ਹੈ। ਇਹ ਜਿਹੜੇ ਹੈਗੀਆਂ ਸੀਗੀਆਂ ਸਾਰੀਆਂ ਵਿਸ਼ੇਸ਼ਤਾਵਾਂ ਇਹਨਾਂ ਦੀਆਂ ਸੀਗੀਆਂ। ਅੱਗੇ ਜਿਹੜੀ ਹੈਗੀ ਹੈ ਕਰੀਕੁਲਮ ਪੈਡਾਗੋਗੀ ਐਕਟੀਵਿਟੀ ਇਨਕਲੂਡ, ਪਾਠਕ੍ਰਮ ਰਾਹੀਂ ਇੱਕ ਅਧਿਆਪਕ ਦੀ ਆਰਟ ਅਤੇ ਟੀਚਿੰਗ ਦਾ, ਪੜ੍ਹਾਉਣ ਦੀ ਕਲਾ ਦਾ, ਪੜ੍ਹਾਉਣ ਦੀ ਕਲਾ ਦਾ ਪਤਾ ਲਗਾਇਆ ਜਾ ਸਕਦਾ ਹੈ। ਕਹਿੰਦਾ ਪੈਡਾਗੋਗੀ ਕੀ ਹੈ, ਆਰਟ ਆਫ ਟੀਚਿੰਗ। ਵੈਰੀ ਗੁੱਡ, ਵੈਰੀ ਇੰਪੋਰਟੈਂਟ ਕੁਐਸਚਨ ਬਣੂਗਾ। ਕਰੀਕੁਲਮ ਰਾਹੀਂ ਜਿਹੜੀ ਪੈਡਾਗੋਗੀ ਹੈ
ਉਹ ਕੀ ਹੈ, ਪੈਡਾਗੋਗੀ ਇੱਕ ਆਰਟ ਆਫ ਟੀਚਿੰਗ ਹੈ। ਠੀਕ ਹੈ ਜੀ, ਇੱਕ ਕਲਾ ਹੈ ਟੀਚਿੰਗ ਕਰਨ ਦੀ, ਪੜ੍ਹਾਉਣ ਦੀ ਇੱਕ ਕਲਾ ਹੈ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਕੀ ਹੈ ਕਿ ਕਰੀਕੁਲਮ ਡਿਜ਼ਾਈਨਡ 3 to 6 ਈਅਰ, ਜਿਹੜੇ ਬੱਚੇ 3 ਤੋਂ ਲੈ ਕੇ 6 ਸਾਲ ਦੇ ਹੁੰਦੇ ਨੇ ਉਹਨਾਂ ਬੱਚਿਆਂ ਦੇ ਲਈ ਹਿਸਾਬ, ਗਣਿਤ ਅਤੇ ਪਾਠ ਨੂੰ ਪੜ੍ਹਾਉਣ ਵਾਲਾ ਵਿਸ਼ਾ। ਠੀਕ ਹੈ ਜੀ। ਪ੍ਰੈਕਟੀਕਲ ਜਿਹੜਾ ਹੈਗਾ, ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਪਾਠਕ੍ਰਮ ਰਾਹੀਂ 0 ਤੋਂ ਲੈ ਕੇ 3 ਸਾਲ ਦੇ ਬੱਚੇ ਨੂੰ ਦੇ ਲਈ ਇਹ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਅੱਗੇ ਕੀ ਹੈ, ਸਕੂਲ ਕਰੀਕੁਲਮ ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਸਕੂਲ ਪਾਠਕ੍ਰਮ ਇੱਦਾਂ ਦਾ ਹੋਵੇ ਕਿ ਜਦੋਂ ਪ੍ਰੀ ਪ੍ਰਾਇਮਰੀ ਕਲਾਸਾਂ ਵਾਲਾ ਬੱਚਾ ਉਸ ਨੂੰ ਪੂਰੀ ਤਰ੍ਹਾਂ ਉਹਨਾਂ ਦਾ ਵਿਕਾਸ ਹੋ ਸਕੇ। ਜਦੋਂ ਕਹਿੰਦਾ ਮਤਲਬ ਕੀ ਹੈ, ਕਹਿੰਦਾ ਵੀ ਇੱਕ ਇਹ ਸਕੂਲ ਦੇ ਵਿੱਚ ਕਰੀਕੁਲਮ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਬੱਚਾ ਜਿਹੜਾ ਪ੍ਰੀ ਪ੍ਰਾਇਮਰੀ ਕਲਾਸ ਵਾਲਾ ਬੱਚਾ ਜਦੋਂ ਉਸ ਨੂੰ ਪੂਰੀ ਤਰ੍ਹਾਂ ਪੜ੍ਹੇ ਤਾਂ ਉਸ ਦਾ ਵਿਕਾਸ ਹੋ ਸਕੇ। ਉਸ ਤੋਂ ਬਾਅਦ ਜਿਹੜੇ ਹੈਗੇ ਤੇ ਗੋਲ ਕਰਦੇ ਆ, ਜਿੰਨੇ ਵੀ ਹੈਗੇ ਆ, ਤਾਂ ਗੋਲ ਆਪਣੇ ਵਾਸਤੇ ਬਹੁਤ ਜ਼ਰੂਰੀ ਨੇ, ਉਹ ਆਪਾਂ ਦੇਖਦੇ ਹਾਂ। ਕਰੀਕੁਲਮ ਡਿਜ਼ਾਈਨਰ 3 ਗੋਲ, 3 ਗੋਲ ਨੇ ਜੀ ਮੇਨ ਇਹਦੇ। ਪਹਿਲਾ ਕੀ ਹੈ, ਚਿਲਡਰਨ ਮੇਨਟੇਨਿੰਗ ਗੁੱਡ ਹੈਲਥ ਐਂਡ ਵੈਲ ਬੀਇੰਗ, ਬੱਚੇ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ ਜਾਂ ਬੱਚੇ ਦੀ ਸਿਹਤ ਦਾ ਧਿਆਨ ਰੱਖੇ ਅਤੇ ਵਧੀਆ ਜੀਵਨ ਹੋਣਾ ਚਾਹੀਦਾ। ਇੱਕ ਬੱਚੇ ਦੀ ਸਿਹਤ ਦਾ ਧਿਆਨ ਕਿਵੇਂ ਰੱਖਿਆ ਜਾ ਸਕਦਾ ਜਾਂ ਕਿਹੜੀਆਂ ਚੀਜ਼ਾਂ ਨਾਲ ਉਹਦਾ ਵਧੀਆ ਜੀਵਨ ਲੰਘ ਸਕਦਾ ਹੈ, ਇੱਕ ਕਰੀਕੁਲਮ ਆਪਾਂ ਨੂੰ ਦੱਸਦਾ ਹੈ ਕਿ ਉਹਦੀ ਫਿਜ਼ੀਕਲ ਵਿਕਾਸ ਕਿਵੇਂ ਹੋ ਸਕਦਾ। ਪਾਠਕ੍ਰਮ ਇੱਕ ਦੱਸਦਾ ਕਿ ਸਰੀਰਕ ਵਿਕਾਸ ਬੱਚੇ ਦਾ ਕਿਵੇਂ ਹੋਵੇਗਾ। ਪਾਠਕ੍ਰਮ ਆਪਾਂ ਨੂੰ ਦੱਸਦਾ ਹੈ ਕਿ ਬੱਚੇ ਦਾ ਸਮਾਜਿਕ ਵਿਕਾਸ ਕਿਵੇਂ ਹੋਵੇਗਾ। ਪਾਠਕ੍ਰਮ ਦੱਸਦਾ ਹੈ ਕਿ ਬੱਚੇ ਦਾ ਇਮੋਸ਼ਨਲ ਜਾਂ ਭਾਵਨਾਤਮਕ ਵਿਕਾਸ ਕਿਵੇਂ ਹੋਵੇਗਾ। ਪਾਠਕ੍ਰਮ ਦੱਸਦਾ ਹੈ ਕਿ ਬੱਚੇ ਦਾ ਮਾਨਸਿਕ ਵਿਕਾਸ ਕਿਵੇਂ ਕੀਤਾ ਜਾਵੇਗਾ। ਪਾਠਕ੍ਰਮ ਦੱਸਦਾ ਹੈ ਕਿ ਬੱਚੇ ਦਾ 5 ਇੰਦਰੀਆਂ ਦਾ ਵਿਕਾਸ ਕਿਵੇਂ ਹੋਵੇਗਾ। ਪਾਠਕ੍ਰਮ ਰਾਹੀਂ ਭਰੋਸੇਯੋਗ ਹੋਣਾ ਚਾਹੀਦਾ। ਪਾਠਕ੍ਰਮ ਤੁਹਾਡਾ ਇੱਕ ਭਰੋਸੇਯੋਗ ਹੋਣਾ ਚਾਹੀਦਾ, ਵਿਸ਼ਵਾਸ ਵਾਲਾ ਹੋਣਾ ਚਾਹੀਦਾ। ਇਹ ਜਿਹੜਾ ਹੈਗਾ ਸੀਗਾ ਪਹਿਲਾ ਗੋਲ ਸੀ। ਪਹਿਲਾ ਗੋਲ ਜ਼ਰੂਰ ਯਾਦ ਰੱਖਣਾ ਹੈ। ਪਹਿਲੇ ਗੋਲ ਦੇ ਵਿੱਚ ਕੀ ਹੈ, ਚਿਲਡਰਨ ਮੇਨਟੇਨ ਗੁੱਡ ਹੈਲਥ ਐਂਡ ਵੈਲ ਬੀਇੰਗ, ਬੱਚੇ ਦੀ ਸਿਹਤ ਦਾ ਧਿਆਨ ਰੱਖਣਾ ਅਤੇ ਉਹਦੇ ਜੀਵਨ ਨੂੰ ਵਧੀਆ ਬਣਾਉਣਾ, ਜਿਹੜਾ ਪਹਿਲਾ ਗੋਲ ਹੈ ਜੀ ਕਰੀਕੁਲਮ ਦਾ, ਪਾਠਕ੍ਰਮ ਦਾ ਪਹਿਲਾ ਗੋਲ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ, ਦੂਸਰਾ ਗੋਲ ਕੀ ਹੈ, ਚਿਲਡਰਨ ਬਿਕਮ ਇਫੈਕਟਿਵ ਕਮਿਊਨੀਕੇਸ਼ਨ, ਬੱਚੇ ਨੂੰ ਚੰਗੇ ਸੰਚਾਰ ਕਰ ਸਕਣ, ਬੱਚੇ ਨੂੰ ਚੰਗੀ ਤਰ੍ਹਾਂ ਬੱਚੇ ਦੀ ਕਮਿਊਨੀਕੇਸ਼ਨ ਦੇ ਵਿੱਚ ਤਬਦੀਲੀ ਕਰ ਸਕਣ। ਕਮਿਊਨੀਕੇਸ਼ਨ ਮਤਲਬ ਲਾਈਕ ਅਨਲਾਈਕ ਨੀਡਸ। ਠੀਕ ਹੈ, ਬੱਚੇ ਆਪਣੇ ਮਾਤਾ ਪਿਤਾ ਜਾਂ ਆਪਣੇ ਅਧਿਆਪਕ ਨੂੰ ਦੱਸ ਸਕਣ ਕਿ ਕੁਝ ਉਹਨਾਂ ਨੂੰ ਕੀ ਕੁਝ ਪਸੰਦ ਹੈ, ਕੀ ਉਹ ਕੁਝ ਉਹਨਾਂ ਨੂੰ ਪਸੰਦ ਜਾਂ ਜ਼ਰੂਰਤਾਂ ਹਨ, ਕਿਹੜੀਆਂ ਚੀਜ਼ਾਂ ਦੀਆਂ ਉਹਨਾਂ ਨੂੰ ਜ਼ਰੂਰਤਾਂ ਹੈਗੀਆਂ ਨੇ, ਕਿਹੜੀਆਂ ਚੀਜ਼ਾਂ ਦੀਆਂ ਉਹਨਾਂ ਨੂੰ ਜ਼ਰੂਰਤਾਂ ਨਹੀਂ ਹੈਗੀਆਂ। ਇਹ ਗੋਲ ਦੂਜੇ ਦੇ ਵਿੱਚ ਆਉਂਦਾ, ਚਿਲਡਰਨ ਬਿਕਮ ਇਫੈਕਟਿਵ ਕਮਿਊਨੀਕੇਸ਼ਨ, ਬੱਚੇ ਦੀ ਚੰਗੀ ਤਰ੍ਹਾਂ ਜਿਹੜਾ ਹੈਗਾ ਸੰਚਾਰ ਹੋਣਾ ਚਾਹੀਦਾ ਜਾਂ ਕਰ ਦੇਣਾ ਚਾਹੀਦਾ ਗਾ। ਅੱਗੇ ਆਪਣਾ ਟੌਪਿਕ ਕਿੱਥੇ ਸੀ, ਉਸ ਤੋਂ ਬਾਅਦ ਕੀ ਹੈ ਕਿ ਔਰਲੀ ਸ਼ੇਅਰ ਥਾਟ, ਬੱਚੇ ਨੂੰ ਆਪਣੇ ਵਿਚਾਰਾਂ ਨੂੰ ਆਪਣੇ ਅਧਿਆਪਕ ਨਾਲ ਸਾਂਝਾ ਕਰ ਲੈਣੇ ਚਾਹੀਦੇ ਹਨ। ਅਗਲਾ ਪੁਆਇੰਟ ਕੀ ਹੈ ਕਿ ਬੱਚੇ ਨੂੰ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਨੂੰ ਆਪਣੇ ਜੀਵਨ ਵਿੱਚ ਵਿਕਸਿਤ ਕਰਨਾ। ਠੀਕ ਹੈ ਜੀ, ਲਾਗੂ ਕਰਨਾ। ਕਹਿਣ ਦਾ ਮਤਲਬ ਕੀ ਹੈ, ਜੋ ਟੀਚਰ ਦੁਆਰਾ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਬੱਚੇ ਨੂੰ ਪੜ੍ਹਨਾ ਹੈ, ਘਰੇ ਜਾ ਕੇ ਪੜ੍ਹਨਾ ਹੈ, ਤਾਂ ਉਹਨੂੰ ਆਪਣੀ ਜੀਵਨ 'ਤੇ ਲਾਗੂ ਕਰਨਾ। ਵੀ ਇਹ ਨਹੀਂ ਹੈਗਾ ਟੀਚਰ ਨੇ ਕਹਿਤਾ, ਬੱਚਾ ਘਰੇ ਆ ਕੇ ਖਾ ਕੇ ਪਰੌਂਠੇ ਸੌਂ ਗਿਆ, ਠੀਕ ਹੈ, ਮੁੜ ਕੇ ਤੜਕੇ ਉੱਠ ਕੇ ਯਾਦ ਕੀਤਾ ਵੀ ਮਾਸਟਰ ਨੇ ਤਾਂ ਯਾਰ 20 ਦਾ ਪਹਾੜਾ ਕਿਹਾ ਸੀ ਯਾਦ ਕਰਨ ਨੂੰ, ਚਲ ਠੀਕ ਹੈ ਕਰ ਲਾਂਗੇ ਸਕੂਲ ਦੇ ਵਿੱਚ ਜਾ ਕੇ। ਇੱਦਾਂ ਨਹੀਂ ਹੋਣਾ ਚਾਹੀਦਾ। ਅੱਗੇ ਕੀ ਹੈ, ਮਦਰ ਟੰਗ ਲੈਂਗੁਏਜ। ਠੀਕ ਹੈ ਜੀ, ਮਦਰ ਟੰਗ ਜਿਹੜਾ ਹੈਗਾ ਇਨਕਵਰਡ ਜਿਹੜਾ ਹੈਗਾ ਕੀਤਾ ਜਾਊਗਾ ਸਕੂਲ ਨੂੰ, ਬੱਚਿਆਂ ਨੂੰ ਉਹਨਾਂ ਦੀ ਮਾਤਰ ਭਾਸ਼ਾ ਵਿੱਚ ਪੜ੍ਹਾਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਸਭ ਕੁਝ ਸਮਝ ਆ ਸਕੇ। ਇਹ ਸੀਗੇ 2 ਗੋਲ। ਤੀਜਾ ਗੋਲ ਜਿਹੜਾ ਹੈਗਾ ਉਹ ਹੈ ਚਿਲਡਰਨ ਬਿਕਮ ਇਨਵੋਲੇਟਡ ਲਰਨਿੰਗ ਐਂਡ ਕੰਟੈਕਟ ਵਿਦ ਦੇਅਰ ਦੀ ਇਮੀਡੀਏਟਡ ਇਨਵਾਇਰਮੈਂਟ, ਬੱਚੇ ਸਿੱਖਿਆ ਨਾਲ ਜੁੜਨ ਅਤੇ
ਜੋ ਬੱਚੇ ਜਿਸ ਵਾਤਾਵਰਨ ਵਿੱਚ ਬੈਠੇ ਹਨ ਉਹਨਾਂ ਵਾਤਾਵਰਨ ਵਿੱਚ ਲਿਜਾਣ ਲਈ ਬੱਚੇ ਨੂੰ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਦੇਖੋ ਕਹਿਣ ਦਾ ਮਤਲਬ ਕੀ ਹੈ ਕਿ ਬੱਚੇ ਨੂੰ ਹਰ ਰੋਜ਼ ਕੀ ਕੀਤਾ ਜਾਵੇ, ਕਲਰ ਐਕਟੀਵਿਟੀਜ਼ ਕਰਾਈ ਜਾਵੇ। ਬੱਚੇ ਨੂੰ ਕੀ ਹੈ ਜੀ, ਕਲਰ ਐਕਟੀਵਿਟੀ ਕਰਵਾਈ ਜਾਵੇ, ਆਊਟਡੋਰ ਐਕਟੀਵਿਟੀ ਕਰਵਾਈਆਂ ਜਾਣ, ਸਾਊਂਡ ਐਕਟੀਵਿਟੀ ਕਰਵਾਈਆਂ ਜਾਵੇ, ਫੇਮਸ ਐਕਟੀਵਿਟੀਆਂ, ਫੇਮਸ ਗੇਮ ਜਿਹੜੀਆਂ ਬੱਚੇ ਦੀਆਂ ਹੁੰਦੀਆਂ ਨੇ ਉਹ ਸਾਰੀਆਂ ਕਰਵਾਈਆਂ ਜਾਣ। ਉਹ ਗੋਲ ਕਿਹੜਾ ਦੱਸਦਾ ਆਪਾਂ ਨੂੰ, ਗੋਲ ਨੰਬਰ 3 ਦੱਸਦਾ ਹੈਗਾ। ਉਸ ਤੋਂ ਬਾਅਦ ਹੈ ਜੀ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜਾ ਹੈਗਾ ਪਾਠਕ੍ਰਮ ਦਾ ਕੀ ਮਹੱਤਵਪੂਰਨ ਚੀਜ਼ਾਂ ਨੇ। ਏਜ ਜਿਹੜੀ ਹੈਗੀ ਆ 3 ਤੋਂ ਲੈ ਕੇ 4 ਸਾਲ, ਬੱਚੇ ਦੀ ਉਮਰ ਜਿਹੜੀ ਆ 3 ਤੋਂ 4 ਸਾਲ ਬੱਚੇ ਦੇ ਪਾਠਕ੍ਰਮ ਨੂੰ ਕਿਵੇਂ ਤਿਆਰ ਕੀਤਾ ਜਾ ਸਕਦਾ। ਆਪਾਂ 3 ਚੀਜ਼ਾਂ ਦੇ ਵਿੱਚ ਇਹਨੂੰ ਦੇਖਾਂਗੇ। ਪਹਿਲਾ ਹੈਗਾ ਕੀ ਕਨਸੈਪਟ, ਠੀਕ ਹੈ, ਕਿਹੜੀਆਂ ਚੀਜ਼ਾਂ ਬੱਚੇ ਨੂੰ ਹੋਣੀਆਂ ਚਾਹੀਦੀਆਂ ਨੇ। ਪੈਡਾਗੋਗੀ ਪ੍ਰੋਸੈਸ, ਠੀਕ ਹੈ, ਬੱਚੇ ਨੂੰ ਕਿਵੇਂ ਕਰਵਾ ਸਕਦੇ ਹੋ, ਉਹ ਚੀਜ਼ ਜਿਹੜੀ ਬੱਚੇ ਨੂੰ ਹੋਣੀ ਚਾਹੀਦੀ ਹੈ ਉਹ ਕਿਵੇਂ ਕਰਵਾ ਸਕਦੇ ਹਾਂ। ਲਰਨਿੰਗ ਆਊਟ, ਬੱਚੇ ਦਾ ਨਤੀਜਾ ਕੀ ਹੋਵੇਗਾ ਜਦੋਂ ਬੱਚਾ ਉਸ ਨੂੰ ਸਿੱਖ ਜਾਵੇਗਾ, ਉਹ ਸਾਰੀਆਂ ਚੀਜ਼ਾਂ ਦੇਖਦੇ ਹਾਂ, ਠੀਕ ਹੈ ਜੀ। ਸਭ ਤੋਂ ਪਹਿਲਾਂ ਹੈਗਾ ਕੀ ਕਨਸੈਪਟ ਦੇ ਵਿੱਚ ਆਊਗਾ ਬੱਚੇ ਨੂੰ ਆਪਣੇ ਬਾਰੇ ਆਤਮ ਗਿਆਨ ਹੋਣਾ ਚਾਹੀਦਾ। ਪਹਿਲੀ ਵਾਰ ਤਾਂ ਉਹਨੂੰ ਆਪਣੇ ਬਾਰੇ ਪਤਾ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਜਿਵੇਂ ਬੱਚੇ ਦਾ ਵਿਵਹਾਰ ਚੰਗਾ ਹੋਵੇ, ਬੱਚੇ ਵਿੱਚ ਆਪਣੇ ਕੋਆਪਰੇਟਿਵ ਕਰਨ ਦਾ ਜਿਹੜੀ ਜਿਗਿਆਸਾ ਹੋਣੀ ਚਾਹੀਦੀ ਹੈ, ਬੱਚੇ ਅੰਦਰ ਚੰਗੀਆਂ ਆਦਤਾਂ ਹੋਣੀਆਂ ਚਾਹੀਦੀਆਂ ਨੇ। ਇਹ ਕੀ ਹੈ ਬੱਚੇ ਦੀਆਂ ਕੀ ਕਨਸੈਪਟ ਨੇ। ਬੱਚੇ ਨੂੰ ਪਹਿਲੀ ਗੱਲ ਹੈ ਕਿ ਆਪਣੀ ਅੰਤਰਾਤਮਾ ਬਾਰੇ ਪਤਾ ਹੋਣਾ ਚਾਹੀਦਾ, ਬੱਚੇ ਨੂੰ ਬੋਲਣ ਚਾਲਣ ਦਾ ਢੰਗ ਹੋਣਾ ਚਾਹੀਦਾ, ਬੱਚੇ ਦਾ ਵਿਵਹਾਰ ਚੰਗਾ ਹੋਣਾ ਚਾਹੀਦਾ, ਬੱਚੇ ਦੀ ਜਿਹੜੀ ਹੈਗੀ ਹੈ ਕੋਆਪਰੇਟਿਵ ਵਾਲੀ ਸਥਿਤੀ ਹੋਣੀ ਚਾਹੀਦੀ ਹੈ, ਅਤੇ ਬੱਚੇ ਦੇ ਅੰਦਰ ਚੰਗੀ ਆਦਤਾਂ ਵਾਲੀ ਸਥਿਤੀ ਹੋਣੀ ਚਾਹੀਦੀ ਹੈ। ਪੈਡਾਗੋਗੀ ਪ੍ਰੋਸੈਸ ਕੀ ਹੈ ਕਿ ਕਿਰਿਆ ਕਿਵੇਂ ਕਰਵਾ ਸਕਦੇ ਹਾਂ ਉਸ ਬੱਚੇ ਨੂੰ, ਉਹ ਦੁਆਰਾ ਬੱਚੇ ਨੂੰ ਬੋਡੀ ਪਾਰਟ ਯਾਦ ਕਰਵਾਉਣਾ। ਜਿਵੇਂ ਬੱਚੇ ਦੇ ਪਰਿਵਾਰਾਂ ਦੇ ਮੈਂਬਰ, ਠੀਕ ਹੈ, ਮੈਂਬਰ ਕਿਹੜੇ ਨੇ, ਉਹਨਾਂ ਦੇ ਮੰਮੀ ਪਾਪਾ ਨੇ, ਦਾਦਾ ਦਾਦੀ ਜੀ ਨੇ, ਚਾਚਾ ਚਾਚੀ ਜੀ ਨੇ, ਉਹ ਸਾਰੀਆਂ ਚੀਜ਼ਾਂ ਬੱਚਿਆਂ ਉਹਨਾਂ ਦੇ ਨਾਮ ਯਾਦ ਕਰਾਉਣਾ ਅਤੇ ਆਪਣਾ ਨਾਮ ਯਾਦ ਕਰਾਉਣਾ। ਦੇਖੋ ਬੱਚਿਆਂ ਦੇ ਬੋਡੀ ਪਾਰਟ ਜਿਹਦਾ ਕਹਿਣ ਦਾ ਮਤਲਬ ਕਿ ਉਹਨਾਂ ਦੇ ਹੱਥ ਪੈਰ, ਬਾਹਾਂ ਬਾਰੇ, ਨੱਕ ਬਾਰੇ, ਅੱਖਾਂ ਬਾਰੇ, ਬੁੱਲ੍ਹਾਂ ਬਾਰੇ, ਦੰਦਾਂ ਬਾਰੇ, ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਦੱਸਣਾ। ਹੁਣ ਕੀ ਕਿਹਾ ਜਾਂਦਾ, ਪੈਡਾਗੋਗੀ ਪ੍ਰੋਸੈਸ ਕਿਹਾ ਜਾਂਦਾ। ਅਤੇ ਜਦੋਂ ਬੱਚਾ ਉਹ ਸਿੱਖ ਜਾਂਦਾ ਤਾਂ ਉਹਦਾ ਨਤੀਜਾ ਕੀ ਨਿਕਲਦਾ, ਬੱਚਾ ਆਪਣੇ ਪਰਿਵਾਰ ਨੂੰ ਜਾਣਨ ਲੱਗ ਜਾਂਦਾ ਹੈ, ਠੀਕ ਹੈ, ਬੱਚਾ ਪਾਰਟੀਸਪੇਟ ਕਰਨਾ ਲੱਗ ਜਾਂਦਾ, ਬੱਚੇ ਦੇ ਪਰਿਵਾਰ ਨਾਲ, ਆਪਣੇ ਅਧਿਆਪਕ ਦੇ ਨਾਲ ਸੰਚਾਰ ਜਿਹੜੇ ਹੈਗੇ ਆ ਚੰਗੇ ਵੱਧ ਜਾਂਦੇ ਨੇ। ਦੇਖੋ ਕਹਿਣ ਦਾ ਮਤਲਬ ਕੀ ਹੈ ਕਿ ਬੱਚਾ ਕੀ ਹੈ, ਜਦੋਂ ਬੱਚੇ ਨੂੰ ਸਾਰੀਆਂ ਚੀਜ਼ਾਂ ਦਾ ਗਿਆਨ ਹੋ ਗਿਆ, ਬੱਚਾ ਕੀ ਕਰੂਗਾ ਵੀ, ਬੱਚਾ ਆਪਣੇ ਮਾਂ ਪਿਓ ਦੇ ਪਰਿਵਾਰ ਮੈਂਬਰਾਂ ਦੇ ਜਿਹੜੇ ਹੈਗੇ ਨਾਂ ਵੀ ਯਾਦ ਰੱਖ ਲੂਗਾ। ਮੇਰੇ ਦਾਦੇ ਦਾ ਨਾਮ ਫਲਾਣਾ ਸਿੰਘ ਹੈ, ਮੇਰੀ ਦਾਦੀ ਦਾ ਨਾਮ ਫਲਾਣਾ ਸਿੰਘ ਹੈ ਜੀ, ਮੇਰੇ ਫਾਦਰ ਸਾਹਿਬ ਦਾ ਨਾਮ ਫਲਾਣਾ ਸਿੰਘ ਹੈ, ਠੀਕ ਹੈ। ਅਤੇ ਬੱਚਾ ਕੀ ਕਰੂਗਾ, ਜਦੋਂ ਸਾਰੀਆਂ ਚੀਜ਼ਾਂ ਸਿੱਖ ਗਿਆ ਤਾਂ ਬੱਚਾ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਪਾਰਟੀਸਪੇਟ ਵੀ ਜ਼ਰੂਰ ਕਰੂਗਾ। ਉਸ ਤੋਂ ਬਾਅਦ ਕੀ ਕਰੂਗਾ ਕਿ ਬੱਚਾ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨਾਲ ਅਤੇ ਅਧਿਆਪਕ ਨਾਲ ਚੰਗਾ ਸੰਚਾਰ ਪੈਦਾ ਕਰ ਸਕੂਗਾ। ਉਸ ਤੋਂ ਬਾਅਦ ਹੈ ਕਿ ਦੂਸਰਾ ਗੋਲ ਕੀ ਹੈ ਇਹਦਾ, ਚਿਲਡਰਨ ਬਿਕਮ ਇਫੈਕਟਿਵ ਕਮਿਊਨੀਕੇਸ਼ਨ, ਠੀਕ ਹੈ ਜੀ। ਇਸੇ ਟੌਪਿਕ ਚੱਲੀ ਜਾਂਦਾ। ਉਹ ਪਹਿਲਾ ਗੋਲ ਸੀਗਾ, ਇਹ ਦੂਸਰਾ ਹੈ, ਕਹਿੰਦਾ ਟਾਕਿੰਗ ਐਂਡ ਲਿਸਨਿੰਗ, ਸੰਚਾਰ ਕਰਨ ਲਈ ਬੱਚੇ ਨੂੰ ਚੰਗਾ ਸੁਣਨਾ ਅਤੇ ਬੋਲਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਕੋਈ ਚੰਗੀ ਬੋਲਚਾਲ ਨਾਲ ਰੱਖਦੇ ਹੋ ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪਵੇਗਾ। ਪੈਡਾਗੋਗੀ ਕੀ ਹੈ, ਗਰੁੱਪ ਐਕਟੀਵਿਟੀਜ਼, ਬੱਚੇ ਨੂੰ ਗਰੁੱਪ ਵਿੱਚ ਜਦੋਂ ਕੋਈ ਐਕਟੀਵਿਟੀ ਕਰਵਾਓ ਤਾਂ ਬੰਦਾ ਉਦੋਂ ਹੀ ਸੁਣਨ ਅਤੇ ਸਿੱਖ ਸਕਦਾ ਹੈਗਾ। ਬੱਚਾ ਜੀ, ਸੌਰੀ ਬੰਦਾ ਨਹੀਂ ਹੈਗਾ, ਬੱਚਾ ਹੈ ਉਹ। ਬੱਚੇ ਨੂੰ ਕਹਿੰਦਾ ਜਦੋਂ ਕੋਈ ਗਰੁੱਪ ਐਕਟੀਵਿਟੀਜ਼ ਕਰਾਓ ਤਾਂ ਬੱਚਾ ਉਦੋਂ ਹੀ ਉਹ ਸਾਰੀਆਂ ਚੀਜ਼ਾਂ ਨੂੰ ਸਿੱਖ ਸਕਦਾ, ਪ੍ਰੈਕਟੀਕਲ ਕਰਵਾ ਸਕਦਾ। ਆਊਟਕਮਿੰਗ ਕੀ ਹੈ, ਔਰਲ ਇੰਸਟਰਕਸ਼ਨਸ, ਜਦੋਂ ਤੁਸੀਂ ਪੜ੍ਹਦੇ ਜਾਂ ਕੁਝ ਬੋਲਦੇ ਹੋ ਤਾਂ ਬੱਚਿਆਂ ਨੂੰ ਸਮਝ ਲੱਗਣਾ ਸ਼ੁਰੂ ਹੋਣਾ ਜਾਣਾ ਚਾਹੀਦਾ ਹੈ। ਕਹਿਣ ਦਾ ਮਤਲਬ ਕੀ ਹੈ, ਤੁਸੀਂ ਕੁਛ ਅੱਜ ਹੋਮਵਰਕ ਕਰਵਾ ਕੇ ਗਏ ਹੋ ਜਾਂ ਕੁਛ ਤੁਸੀਂ ਵਰਕ ਕਰਵਾ ਕੇ ਗਏ ਹੋ ਬੱਚੇ ਨੂੰ, ਅਤੇ ਬੱਚੇ ਨੂੰ ਸਾਰੀਆਂ ਚੀਜ਼ਾਂ ਦਾ ਯਾਦ ਨਹੀਂ ਆਉਂਦੀਆਂ ਤਾਂ ਉਹ ਤੁਹਾਡਾ ਕੰਮ ਕਰਾਇਆ ਸਹੀ ਨਹੀਂ ਹੈਗਾ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਜੇਕਰ ਤੁਸੀਂ ਬੱਚੇ ਨੂੰ ਇੱਕ ਚੰਗੀ ਸਿੱਖਿਆ ਦੇ ਕੇ ਜਾਂਦੇ ਹੋ। ਲਿਸਨਿੰਗ ਸਪੈਨ, ਬੱਚੇ ਦੀ ਸੁਣਨ ਦੀ ਸ਼ਕਤੀ ਨੂੰ ਵਧਾਉਣਾ, ਬੱਚੇ ਦੀ ਸੁਣਨ ਦੀ ਸ਼ਕਤੀ ਨੂੰ ਬਣਾਉਣਾ। ਸੁਣਨਾ ਸਿੱਖਦਾ ਹੈ,
ਸੁਣਨ ਦੀ ਸ਼ਕਤੀ ਨੂੰ ਵਧਾਉਣਾ। ਉਸ ਤੋਂ ਬਾਅਦ ਕੀ ਹੈ ਸੈਕੰਡ ਪੁਆਇੰਟ ਦੇ ਵਿੱਚ ਕੀ ਆਊਗਾ ਪੈਡਾਗੋਗੀ ਦੇ ਵਿੱਚ ਫਾਈਂਡ ਦੀ ਬਲੌਕ ਟੋਏ। ਜਦੋਂ ਬੱਚਾ ਆਪਣੇ ਅਧਿਆਪਕ ਨੂੰ ਲੱਭਣ ਲਈ ਕਹਿੰਦਾ ਤਾਂ ਕੁਛ ਉਹਨੂੰ ਕੀ ਕਹਿੰਦੇ ਆ ਲਿਸਨਿੰਗ ਕਹਿੰਦੇ ਆ ਜਾਂ ਸਿੱਖਣਾ ਕਹਿੰਦੇ ਆ। ਜਦੋਂ ਬੱਚਾ ਕੁਛ ਨਾ ਕੁਛ ਚੀਜ਼ਾਂ ਨੂੰ ਲੱਭਣਾ ਸਟਾਰਟ ਕਰ ਦਿੰਦਾ, ਠੀਕ ਹੈ, ਉਹਨੂੰ ਕੀ ਕਹਿੰਦੇ ਆ ਬੱਚਾ ਜਿਹੜਾ ਹੈਗਾ ਲਿਸਨਿੰਗ ਸਿੱਖ ਰਿਹਾ ਹੈਗਾ। ਉਸ ਤੋਂ ਬਾਅਦ ਕੀ ਹੈ ਕਿ ਪਾਰਟੀਸਪੇਟ। ਹੁਣ ਜੋ ਬੱਚੇ ਨੂੰ ਹਰ ਇੱਕ ਐਕਟੀਵਿਟੀ ਦੇ ਵਿੱਚ ਜਦੋਂ ਭਾਗ ਲੈਣ ਲੱਗ ਜਾਂਦਾ ਤਾਂ ਉਹਨੂੰ ਕੀ ਕਿਹਾ ਜਾਂਦਾ ਹੈਗਾ ਬੱਚਿਆਂ ਦਾ ਆਊਟਕਮ ਜਾਂ ਪਾਰਟੀਸਪੇਟ ਕਿਹਾ ਜਾਂਦਾ। ਵੋਕੈਬਲਰੀ ਇੰਪਰੂਵ। ਬੱਚੇ ਨੂੰ ਸ਼ਬਦਾਂ ਦਾ ਗਿਆਨ ਹੋਣਾ ਚਾਹੀਦਾ ਇਸ ਪਾਠਕ੍ਰਮ ਦੇ ਨਾਲ, ਜਿਸ ਕਰਕੇ ਬੱਚੇ ਦੇ ਸ਼ਬਦਾਂ ਦਾ ਵਿਕਾਸ ਹੋ ਸਕਦਾ ਹੈ ਜੀ। ਠੀਕ ਹੈ ਜੀ। ਜਦੋਂ ਬੱਚੇ ਨੂੰ ਸ਼ਬਦਾਂ ਦਾ ਵਿਕਾਸ ਹੋ ਗਿਆ ਤਾਂ CD DVD ਮਿਊਜ਼ਿਕ, ਠੀਕ ਹੈ, ਮੂਵੀਜ਼। ਜਦੋਂ ਇਹ ਕਲਾਸਾਂ ਵਿੱਚ ਤੁਸੀਂ CD ਵਗੈਰਾ DVD ਵਗੈਰਾ ਮਿਊਜ਼ਿਕ ਜਾਂ ਕੋਈ ਹੋਰ ਬੱਚਿਆਂ ਵਾਲੀਆਂ ਮੂਵੀਜ਼ ਚਲਾਉਂਦੇ ਹੋ ਤਾਂ ਬੱਚੇ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ। ਤਾਂ ਇੱਦਾਂ ਹੀ ਬੱਚਾ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਲਿਖਾਤੀਆਂ, ਬੱਚਾ ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ ਆਦਿ ਵਧੀਆ ਤਰੀਕੇ ਦੇ ਨਾਲ ਸਿੱਖ ਜਾਂਦਾ ਗਾ। ਰੀਡਰ ਆਫ ਕ੍ਰੀਏਟਿਵ ਥਿੰਕਿੰਗ। ਬੱਚੇ ਨੂੰ ਦੁਨੀਆ ਤੋਂ ਅਲੱਗ ਸੋਚ ਵਾਲਾ ਬਣਾਉਣਾ ਚਾਹੀਦਾ। ਕਰੀਕੁਲਮ ਕੀ ਦੱਸਦਾ ਹੈ ਕਿ ਬੱਚੇ ਨੂੰ ਅਲੱਗ ਸੋਚ ਵਾਲਾ ਬਣਾਓ। ਹਰ ਇੱਕ ਸੋਚ ਦੀ ਸੇਮ ਨਹੀਂ ਹੁੰਦੀ, ਹਰੇਕ ਦੀ ਆਪਣੀ ਥਿੰਕਿੰਗ ਨਹੀਂ ਹੁੰਦੀ, ਅਲੱਗ-ਅਲੱਗ ਸਾਰਿਆਂ ਦੀਆਂ ਥਿੰਕਿੰਗ ਹੁੰਦੀਆਂ ਨੇ। ਤਾਂ ਉਹ ਸਾਰੀਆਂ ਚੀਜ਼ਾਂ ਇੰਪਰੂਵ ਕਰਨੀਆਂ ਚਾਹੀਦੀਆਂ ਨੇ। ਅੱਗੇ ਕੀ ਹੈ ਰੀਡਰ। ਬੱਚੇ ਨੂੰ ਇੱਕ ਚੰਗਾ ਰੀਡਰ ਮਤਲਬ ਪੜ੍ਹਨ ਦੀ ਕਲਾ ਵਾਲਾ ਬਣਾਉਣਾ ਚਾਹੀਦਾ ਗਾ। ਉਸ ਤੋਂ ਬਾਅਦ ਹੈ ਕਿ ਰਾਈਟਰ। ਬੱਚੇ ਨੂੰ ਚੰਗਾ ਲਿਖਣਾ ਆਉਣਾ ਚਾਹੀਦਾ। ਬੱਚੇ ਦੀ ਲਿਖਾਈ ਜਿਹੜੀ ਹੈਗੀ ਹੈ ਚੰਗੀ ਹੋਣੀ ਚਾਹੀਦੀ ਹੈ। ਅੱਗੇ ਕੀ ਹੈ ਕੰਪੀਟੀਸ਼ਨ। ਕਲਾਸਾਂ ਵਿੱਚ ਜਦੋਂ ਕੋਈ ਸਾਊਂਡ ਚੱਲਦਾ ਹੈ ਤਾਂ ਬੱਚੇ ਨੂੰ ਪੁੱਛਿਆ ਜਾਂਦਾ ਕਿ ਆਵਾਜ਼ ਕਿਹਦੀ ਹੈ। ਬੱਚੇ ਨੂੰ ਦੱਸਿਆ ਕੰਪੀਟੀਸ਼ਨ ਕਰਾਇਆ ਜਾਂਦਾ। ਬੱਚੇ ਕੁਛ ਮੰਨ ਲਓ ਕਿਸੇ ਐਕਟਰ ਦੀ ਜਾਂ ਕਿਸੇ ਹੋਰ ਸਾਊਂਡ ਦੇ ਥਰੂ ਤੁਹਾਨੂੰ ਕੁਛ ਫਾਈਂਡ ਕਰਨਾ ਦੱਸ ਦਿੱਤਾ, ਕੰਪੀਟੀਸ਼ਨ ਕਰਵਾਉਣ ਲੱਗੇ, ਤਾਂ ਉਹ ਕੀ ਹੈ ਬੱਚਾ ਕਿਸੇ ਐਕਟਰ ਦੀ ਜਾਂ ਕਿਸੇ ਕਲਾਕਾਰ ਦੀ ਜਾਂ ਕਿਸੇ ਹੋਰ ਮੀਡੀਆ ਦੇ ਵਿੱਚ ਜਿੰਨੇ ਵੀ ਅਦਰ ਪਰਸਨ ਹੁੰਦੇ ਆ ਉਹਨਾਂ ਦੀ ਆਵਾਜ਼ ਨੂੰ ਸੁਣਨਾ ਜਾਂ ਸਮਝਣਾ ਸਿੱਖ ਜਾਂਦਾ ਹੈਗਾ। ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸੀਗੀਆਂ ਆਪਣੀਆਂ ਕਰੀਕੁਲਮ ਦੀਆਂ ਵਿਸ਼ੇਸ਼ਤਾਵਾਂ ਸੀਗੀਆਂ। ਅੱਗੇ ਜਿਹੜਾ ਤੀਸਰਾ ਗੋਲ ਹੈ ਜੀ ਚਿਲਡਰਨ ਇਨਵੋਲਵ ਲਰਨ। ਬੱਚੇ ਆਪਣੇ ਆਪ ਨੂੰ ਅਲੱਗ ਨਾ ਸਮਝਣ। ਕਹਿਣ ਦਾ ਮਤਲਬ ਕੀ ਹੈ ਬੱਚਿਆਂ ਦਾ ਸਮਾਜ ਦੇ ਵਿੱਚ ਰਹਿਣਾ ਸਾਰਿਆਂ ਤੋਂ ਇਹੀ ਹੈ ਕਿ ਬੱਚੇ ਕੀ ਹੈ ਆਪਣੇ ਆਪ ਨੂੰ ਇੱਕੋ ਜਿਹੇ ਹੀ ਸਮਝਣੇ ਚਾਹੀਦੇ ਆ। ਸੈਂਸਿਸ ਔਰਗਨ। ਬੱਚੇ ਦੇ ਪੰਜੇ ਗਿਆਨ ਇੰਦਰੀਆਂ ਐਕਟਿਵ ਹੋਣੀਆਂ ਚਾਹੀਦੀਆਂ। ਪੰਜੇ ਗਿਆਨ ਇੰਦਰੀਆਂ ਕਿਹੜੀਆਂ ਜੀ ਦੇਖਣਾ, ਸੁਣਨਾ, ਸੂਹਣਾ, ਸਮਝਣਾ, ਸੁੰਘਣਾ ਆਦਿ ਸ਼ਬਦਾਂ ਜਿਹੜਾ ਪਤਾ ਹੋਣਾ ਚਾਹੀਦਾ ਇਹ ਕਿਹੜੀਆਂ ਕਿਹੜੀਆਂ ਉਹਨਾਂ ਦੀਆਂ ਗਿਆਨ ਇੰਦਰੀਆਂ। ਪੈਡਾਗੋਗੀ ਕੀ ਹੈ ਰੀਅਲ ਆਬਜੈਕਟ। ਬੱਚੇ ਨੂੰ ਤਜਰਬਾ ਕਰਾਉਣ ਵਾਲੇ ਬੱਚੇ ਨੂੰ ਤਜਰਬੇ ਦੀਆਂ ਹੱਥਾਂ ਪੈਰਾਂ ਦਾ ਨਾਲ ਕਰਨੇ ਪੈਂਦੇ ਨੇ। ਕਹਿਣ ਦਾ ਮਤਲਬ ਕੀ ਹੈ ਜਿਹੜੇ ਬੱਚੇ ਨੂੰ ਸਭ ਤੋਂ ਵੱਧ ਕੀ ਹੈ ਐਕਟੀਵਿਟੀਜ਼ ਕਰਾਓ, ਤਜਰਬਾ, ਜਿਸ ਕਾਰਨ ਬੱਚੇ ਦਾ ਵਿਕਾਸ ਹੋ ਸਕੇ। ਉਸ ਤੋਂ ਬਾਅਦ ਕੀ ਹੈ ਸੈਂਸਿਸ ਔਰਗਨਸ ਡਿਵੈਲਪਮੈਂਟ। ਬੱਚੇ ਦੀਆਂ ਗਿਆਨ ਇੰਦਰੀਆਂ ਦੇ ਵਿੱਚ ਇਸ ਦੇ ਕਾਰਨ ਕੀ ਹੁੰਦਾ ਗਾ ਵਾਧਾ ਹੁੰਦਾ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੀਆਂ ਅੱਜ ਕਰੀਕੁਲਮ ਜਿਹੜਾ ਲੈਕਚਰ ਤੀਸਰਾ ਸੀਗਾ ਉਹਦੀਆਂ ਸੀਗੀਆਂ। ਅਤੇ ਮੈਂ ਤੁਹਾਨੂੰ ਫਿਰ ਵੀ ਕਹਿਣਾ ਮੈਂ ਅਗਲਾ ਲੈਕਚਰ ਉਦੋਂ ਹੀ ਪਾਵਾਂਗਾ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬਰ ਵੱਧ ਤੋਂ ਵੱਧ ਕੀਤਾ। ਠੀਕ ਹੈ ਜੀ। ਤੁਹਾਨੂੰ ਆਪਣੇ ਜਿੰਨੇ ਵੀ ਫਰੈਂਡ ਸਰਕਲ ਆਪਣਾ ਸਾਰਿਆਂ ਦਾ ਹੁੰਦਾ ਉਹਨੂੰ ਕੀ ਹੈ ਉਹਨਾਂ ਨੂੰ ਸਾਰਿਆਂ ਨੂੰ ਇੱਕ ਸਟੂਡੈਂਟ 10 ਬੱਚਿਆਂ ਨੂੰ ਜੇ ਸ਼ੇਅਰ ਕਰਦਾ ਵੀਡੀਓ 10 ਬੱਚਿਆਂ ਤੋਂ ਸਬਸਕ੍ਰਾਈਬਰ ਕਰਾਉਂਦਾ ਕੱਲ੍ਹ ਜਾਂ ਪਰਸੋਂ ਤੱਕ ਆਪਣਾ ਜਿਹੜਾ ਹੈਗਾ 1000 ਤੱਕ ਪਹੁੰਚ ਜਾਵੇਗਾ। ਤਾਂ ਤੁਹਾਨੂੰ ਹੰਬਲ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਸੈਸ਼ਨ ਨੂੰ ਜਿਹੜਾ ਹੈਗਾ ਜੀ ਸ਼ੇਅਰ ਕਰਵਾਇਓ ਤਾਂ ਜੋ ਅਗਲੀ ਆਉਣ ਵਾਲੀ ਕਲਾਸ ਹੈ ਜਿਹੜੀ ਆਪਾਂ ਲਾਈਵ ਕਰਵਾ ਸਕੀਏ। ਓਕੇ ਜੀ, ਥੈਂਕ ਯੂ।